ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਨਾਲ ਆਉਣ ਵਾਲੀਆਂ ਜੋ ਅਪ੍ਰੈਲ ਦੇ ਵਿੱਚ ਆਪਣੇ CM ਸਾਹਿਬ ਨੇ ਐਲਾਨ ਕੀਤਾ ਸੀ ਕਿ ਅਪ੍ਰੈਲ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ 25000 ਪੋਸਟਾਂ ਆਉਣਗੀਆਂ, ਠੀਕ ਹੈ ਜੀ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਆਪਾਂ ਨੂੰ ਕਿਸ ਤਰ੍ਹਾਂ ਦੀ ਕਿਹੜੀਆਂ ਬੁੱਕਸ ਫੋਲੋ ਕਰਨੀਆਂ ਚਾਹੀਦੀਆਂ, ਕਿਹੜੇ YouTube ਚੈਨਲ ਫੋਲੋ ਕਰਨੇ ਚਾਹੀਦੇ ਆ, ਆਪਾਂ ਨੂੰ ਆਨਲਾਈਨ ਜਾਂ ਆਫਲਾਈਨ ਸਟੱਡੀ ਕਰਨੀ ਚਾਹੀਦੀ ਹੈ ਜਾਂ ਆਪਾਂ ਨੂੰ ਸੈਲਫ ਸਟੱਡੀ ਕਰਨੀ ਚਾਹੀਦੀ ਹੈ। ਸੋ ਸਾਰੇ ਵੀ ਡਾਊਟ ਜੋ ਵੀ ਆਪਣਾ ਕੀ ਟਾਈਮ ਟੇਬਲ ਚਾਹੀਦਾ ਆਪਾਂ ਨੂੰ, ਠੀਕ ਹੈ ਜੀ। ਸੋ ਕਿਹੜੀ ਬੁੱਕਸ ਆਪਾਂ ਫੋਲੋ ਕਰਨੀਆਂ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ। ਹੁਣ ਜੀ ਆਪਾਂ ਪਹਿਲਾਂ ਸਟਾਰਟ ਕਰਾਂਗੇ ਜੀ। ਆਪਣਾ ਜਿਹੜਾ ਪਹਿਲਾ ਹੈਗਾ ਆਪਾਂ ਡਾਊਟ ਹੁੰਦਾ ਵਾ ਕਿ ਕੋਈ ਵੀ ਸਟੂਡੈਂਟ ਜਦੋਂ ਆਪਣਾ ਤਿਆਰੀ ਸਟਾਰਟ ਕਰਦਾ ਤਾਂ ਉਸ ਨੂੰ ਇਹੀ ਡਾਊਟ ਹੁੰਦਾ ਕਿ ਉਹ ਆਫਲਾਈਨ ਕੋਚਿੰਗ ਕਰੇ ਜਾਂ ਆਨਲਾਈਨ ਕਰੇ ਜਾਂ ਫਿਰ ਸੈਲਫ ਸਟੱਡੀ ਤੋਂ ਸਟਾਰਟ ਕਰੇ। ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਦੋ ਟਾਈਪ ਤੇ ਦੋ ਪ੍ਰਕਾਰ ਦੇ ਆਪਣੇ ਸਟੂਡੈਂਟਸ ਆ ਜਾਂਦੇ ਨੇ। ਇੱਕ ਸਟੂਡੈਂਟਸ ਜਿਹੜੇ ਕਿ ਆਲਰੇਡੀ 70 ਤੋਂ 80% ਆਪਦਾ ਸਿਲੇਬਸ ਕਰ ਚੁੱਕੇ ਨੇ ਤੇ ਪਿਛਲੇ ਜੋ 1-2 ਸਾਲਾਂ ਦੇ ਵਿੱਚ ਜੋ ਵੀ ਐਗਜ਼ਾਮ ਹੋਏ ਨੇ ਉਹਦੇ ਵਿੱਚ ਅਪੀਅਰ ਹੋ ਚੁੱਕੇ ਨੇ, ਠੀਕ ਹੈ ਜੀ। ਸੋ ਉਹਨਾਂ ਨੂੰ ਸਭ ਪਤਾ ਹੈ ਕਿ ਕਿਹੜੇ ਕੁਐਸਚਨ ਜ਼ਿਆਦਾਤਰ ਰਿਪੀਟਡ ਹੁੰਦੇ ਨੇ, ਕਿਹੜੇ ਸਬਜੈਕਟ ਪੜ੍ਹਨੇ ਨੇ, ਕਿਹੜੇ ਟੌਪਿਕਸ ਪੜ੍ਹਨੇ ਨੇ। ਸੋ ਜਿਹੜੇ ਕੁਛ ਨੰਬਰਾਂ ਕਰਕੇ ਪਿਛਲੇ ਕੁਛ ਪੇਪਰਸ ਦੇ ਵਿੱਚ ਉਹ ਰਹਿ ਗਏ ਨੇ, ਠੀਕ ਆ। ਸੋ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਤਿਆਰੀ ਕਰਨੀ ਹੈ। ਸੋ ਉਹ ਵਾਲੇ ਸਟੂਡੈਂਟਸ ਲਈ ਅਗਰ ਆਪਾਂ ਗੱਲ ਕਰੀਏ ਤਾਂ ਉਹ ਆਪਾਂ ਸਲਾਹ ਇਹ ਦਿੰਦੇ ਹਾਂ ਕਿ ਜਿਹੜੇ ਸਟੂਡੈਂਟਸ ਦੇ ਕਿਉਂਕਿ ਉਹਨਾਂ ਦੇ ਆਲਮੋਸਟ ਕਨਸੈਪਟ ਕਲੀਅਰ ਹੋਣਗੇ, ਮੈਥ ਦੇ, ਰੀਜ਼ਨਿੰਗ, GK, ਇੰਗਲਿਸ਼, ਪੰਜਾਬੀ ਗ੍ਰਾਮਰ ਅਤੇ ਕੰਪਿਊਟਰ। ਉਹ ਸਟੂਡੈਂਟਸ ਨੇ ਸਿਰਫ ਤੇ ਸਿਰਫ ਰਿਵੀਜ਼ਨ ਕਰਨੀ ਆ ਥਿਊਰੀ, ਠੀਕ ਆ ਜੀ। ਜੋ ਉਹਨਾਂ ਨੇ ਨੋਟਸ ਨੇ ਜਾਂ ਉਹਨਾਂ ਨੇ ਬੁੱਕਸ ਫੋਲੋ ਕੀਤੀਆਂ, ਜੋ ਉਹਨਾਂ ਨੇ ਪਹਿਲਾਂ ਤੋਂ ਬੁੱਕਸ ਫੋਲੋ ਕੀਤੀਆਂ ਹੋਈਆਂ, ਠੀਕ ਆ। ਆਪਣਾ ਜਿਹੜਾ ਸੋਰਸ ਆ ਉਹ ਲਿਮਟਿਡ ਰੱਖਣਾ ਵਾ। ਉਹਨਾਂ ਨੇ ਵੱਧ ਤੋਂ ਵੱਧ MCQ PYQ ਲਾਉਣੇ ਆ, ਠੀਕ ਆ ਜੀ। ਅਤੇ ਉਹਨਾਂ ਨੇ ਜ਼ਿਆਦਾਤਰ ਜਿਹੜੇ ਪਿਛਲੇ ਪੇਪਰ ਦਾ ਐਨਾਲਾਈਜ਼ ਕਰਨਾ ਕਿ ਜਿਹੜੇ ਪੇਪਰ ਉਹਨਾਂ ਨੇ ਅਪੀਅਰ ਹੋਏ ਸੀਗੇ ਅਤੇ ਕਿਉਂ ਉਹਨਾਂ ਦੇ ਨੰਬਰ ਘੱਟ ਰਹੇ ਅਤੇ ਕਿਹੜੇ ਸਬਜੈਕਟ ਦੇ ਵਿੱਚ ਉਹਨਾਂ ਨੂੰ ਦਿੱਕਤ ਆਈ ਆ, ਠੀਕ ਆ। ਬਾਰ-ਬਾਰ ਰਿਵੀਜ਼ਨ ਕਰਨੀ ਆ। ਸੋ ਇਹੀ ਇੱਕ ਮੰਤਰਾ ਵਾ ਜਿਹੜਾ ਕਿ ਆਲਰੇਡੀ 70 ਤੋਂ 80% ਸਟੂਡੈਂਟ ਜਿਹੜੇ ਆਪਣੇ ਨੇ ਸਿਲੇਬਸ ਕੰਪਲੀਟ ਕਰ ਚੁੱਕੇ ਨੇ, ਠੀਕ ਆ। ਸੋ ਇਹਨਾਂ ਨੂੰ ਜੋ ਇਹ ਸਟੂਡੈਂਟ ਹੁੰਦੇ ਨੇ ਇਹਨਾਂ ਨੂੰ ਜ਼ਿਆਦਾ ਗਾਈਡੈਂਸ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਇੰਨੇ ਐਗਜ਼ਾਮ ਉਹ ਦੇ ਚੁੱਕੇ ਹੁੰਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੀ ਕਮੀ ਕਿੱਥੇ ਰਹਿ ਚੁੱਕੀ ਆ, ਠੀਕ ਆ। ਸੋ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਵੀ ਸਟੂਡੈਂਟ ਬਿਲਕੁਲ ਨਵਾਂ ਵਾ, ਠੀਕ ਆ। ਹੁਣ ਟਾਈਪ 2 ਦੇ ਜਿਹੜੇ ਸਟੂਡੈਂਟ ਹੋ ਗਏ ਜਿਹੜੇ ਬਿਲਕੁਲ ਨਵੇਂ ਤਿਆਰ ਕਰਨੀ ਆ ਜਾਂ ਜਿਨ੍ਹਾਂ ਦੇ ਅਜੇ ਤੱਕ ਕਨਸੈਪਟ ਨਹੀਂ ਕਲੀਅਰ, ਮਤਲਬ 2-3 ਮਹੀਨੇ ਤਿਆਰੀ ਕਰਦਿਆਂ ਨੂੰ ਹੋ ਗਏ ਬਟ ਅਜੇ ਤੱਕ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਥੋਂ ਅਸੀਂ ਪੜ੍ਹੀਏ, ਠੀਕ ਆ। ਸੋ ਕਿਹੜੀ ਚੀਜ਼ ਨੂੰ ਆਪਾਂ ਫੋਲੋ ਕਰੀਏ, ਠੀਕ ਆ ਜੀ। ਸੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਸੈਕੰਡ ਟਾਈਪ ਦੇ ਸਟੂਡੈਂਟ ਨੇ ਜਿਹੜੇ ਬਿਲਕੁਲ ਨਵੇਂ ਨੇ, ਜਿਨ੍ਹਾਂ ਨੂੰ ਅਜੇ ਪਤਾ ਨਹੀਂ ਕਿ ਆਪਾਂ ਕਿੱਥੋਂ ਕੀ ਪੜ੍ਹਨਾ ਹੈ, ਠੀਕ ਹੈ, ਕਿਹੜੀਆਂ ਬੁੱਕਸ ਫੋਲੋ ਕਰਨੀਆਂ। ਸੋ ਇਹ ਵੀਡੀਓ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗੀ। ਸੋ ਇਹਨੂੰ ਜ਼ਰੂਰ ਤੁਸੀਂ ਪੂਰੀ ਐਂਡ ਤੱਕ ਦੇਖਣਾ, ਠੀਕ ਹੈ ਜੀ। ਛੋਟੀ ਜਿਹੀ ਵੀਡੀਓ ਬਣਾਈ ਹੈ ਆਪਾਂ, ਸੋ ਇਹਦੇ ਨਾਲ ਸਾਰੇ ਡਾਊਟ ਤੁਹਾਡੇ ਕਲੀਅਰ ਹੋ ਜਾਣਗੇ। ਦੇਖੋ ਜੀ, ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਉਹਦਾ ਸਿਲੇਬਸ ਦੇਖਣਾ ਕਿ ਕਿਹੜੇ ਸਬਜੈਕਟ ਆਉਂਦੇ ਨੇ ਅਤੇ ਸਬਜੈਕਟਸ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਉਹਦੇ ਵਿੱਚ ਆਪਾਂ ਦੇਖਣਾ ਨਾਲ ਆਪਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਕਿੱਦਾਂ ਦੇ ਕੁਐਸਚਨ ਪੁੱਛੇ ਆ। ਆਪਾਂ ਨੂੰ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਆਪਾਂ ਨੂੰ ਐਨਾਲਾਈਜ਼ ਕਰਨੇ ਪੈਣੇ ਆ। ਜਿੱਦਾਂ ਕਿ 2021 ਦੇ ਵਿੱਚ ਤਾਂ 4-5 ਸਾਲ ਬਾਅਦ ਭਰਤੀ ਆਈ ਸੀ, ਜਿਸ ਕਰਕੇ ਸਟੂਡੈਂਟ ਥੋੜ੍ਹੇ ਜਿਹੇ ਪਰੇਸ਼ਾਨ ਵੀ ਸੀਗੇ। ਹੋ ਸਕਦਾ ਵਾ ਇਸ ਵਾਰ ਥੋੜ੍ਹਾ ਜਿਹਾ ਲੈਵਲ ਵੱਧ ਕੇ ਆਵੇ, ਠੀਕ ਆ ਜੀ। ਸੋ ਬਟ ਹੁਣ ਜਿਹੜੇ 2022 ਦੇ ਵਿੱਚ ਸਟੂਡੈਂਟ ਤਿਆਰੀ ਕਰਨ ਲੱਗਣਗੇ ਉਹਨਾਂ ਨੂੰ ਆਲਮੋਸਟ ਕਲੀਅਰ ਹੋਏਗਾ ਕਿ ਪਿਛਲੇ ਸਾਲ 2021 'ਚ ਕਾਫੀ ਐਗਜ਼ਾਮ ਹੋਏ ਸੀ ਕਿ ਇੱਦਾਂ ਦੇ ਕੁਐਸਚਨ ਹੀ ਪੇਪਰ ਦੇ ਵਿੱਚ ਪੁੱਛੇ ਜਾਣਗੇ, ਠੀਕ ਹੈ ਜੀ। ਸੋ ਦੇਖੋ ਜੀ, ਪਹਿਲਾਂ ਇਹ ਚੀਜ਼ ਆਪਾਂ 1 ਨੰਬਰ ਪੁਆਇੰਟ ਕਰ ਲਿਆ, ਠੀਕ ਹੈ ਜੀ। ਹੁਣ ਦੂਜਾ ਆ ਗਿਆ ਸਾਡਾ ਕਿ ਸਬਜੈਕਟ ਆਪਣੇ ਲਿਖਣੇ ਆ, ਠੀਕ ਹੈ ਜੀ। ਤੁਸੀਂ ਦੇਖਣਾ ਵਾ ਕਿ ਜਿੱਦਾਂ ਮੈਥ ਹੋ ਗਿਆ, ਰੀਜ਼ਨਿੰਗ ਹੋ ਗਿਆ, ਉਹ ਆਪਾਂ ਅੱਗੇ ਪੜ੍ਹਾਂਗੇ ਕਿ ਕਿਹੜੇ ਸਬਜੈਕਟ ਨੇ ਜਿਹੜੇ ਪੰਜਾਬ ਦੇ ਪੇਪਰਸ ਦੇ ਵਿੱਚ ਜ਼ਿਆਦਾਤਰ ਰਿਪੀਟ ਹੁੰਦੇ ਨੇ, ਜ਼ਿਆਦਾਤਰ ਕੁਐਸਚਨ ਆਉਂਦੇ ਨੇ ਜਿਨ੍ਹਾਂ ਦੇ ਉਹਦੇ ਲਈ ਕਿਹੜੀ ਬੁੱਕ ਆਪਾਂ ਫੋਲੋ ਕਰਨੀ ਹੈ, ਠੀਕ ਹੈ। ਕਿਹੜੇ ਸਬਜੈਕਟ ਲਈ ਕਿਹੜਾ ਟੀਚਰ ਫੋਲੋ ਕਰਨਾ, ਠੀਕ ਹੈ ਜੀ। ਉਹ ਸਾਰੀ ਤੁਸੀਂ ਵੀਡੀਓ ਨਾਲ ਬਣੇ ਰਹੋ, ਅੱਗੇ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਪਤਾ ਲੱਗ ਜਾਏਗਾ। ਹੁਣ ਦੇਖੋ ਜੀ, YouTube ਸਟੱਡੀ ਕਰਨੀ ਚਾਹੀਦੀ ਆਪਾਂ ਨੂੰ, ਠੀਕ ਹੈ ਜੀ। ਸੋ ਉਹ ਸਟੂਡੈਂਟ ਨੂੰ YouTube ਦੇ ਉੱਤੇ ਸਟੱਡੀ ਕਰਨੀ ਚਾਹੀਦੀ ਹੈ ਕਿਉਂਕਿ YouTube ਦੇ ਉੱਤੇ ਇਸ ਟਾਈਮ ਕਾਫੀ ਜ਼ਿਆਦਾ ਫ੍ਰੀ ਡਾਟਾ ਮਿਲ ਜਾਂਦਾ ਹੈ। ਸੋ ਜ਼ਰੂਰੀ ਨਹੀਂ ਕਿ ਅਗਰ ਤੁਸੀਂ ਅਫੋਰਡ ਨਹੀਂ ਕਰਦੇ ਕੋਚਿੰਗ ਆਨਲਾਈਨ ਜਾਂ ਆਫਲਾਈਨ ਕੋਚਿੰਗ ਅਫੋਰਡ ਨਹੀਂ ਕਰਦੇ ਤਾਂ ਤੁਸੀਂ YouTube ਦੇ ਉੱਤੇ ਵੀ ਡਾਟਾ ਸਰਚ ਕਰੋਗੇ ਤਾਂ ਤੁਹਾਨੂੰ ਕਾਫੀ ਹੱਦ ਤੱਕ ਡਾਟਾ ਮਿਲ ਜਾਏਗਾ। ਸੋ ਬਾਕੀ ਤੁਸੀਂ ਬੁੱਕਸ ਦੇ ਵਿੱਚੋਂ ਜਾਂ ਨੋਟਸ ਦੇ ਵਿੱਚੋਂ ਕਵਰ ਕਰ ਲਓਗੇ। ਅੱਜ ਕੱਲ੍ਹ ਤਾਂ PDF ਵੀ ਬਹੁਤ ਜ਼ਿਆਦਾ ਮਿਲ ਜਾਂਦੀ ਹੈ। ਅਗਰ ਤੁਸੀਂ ਟੈਲੀਗ੍ਰਾਮ ਚੈਨਲਸ 'ਤੇ ਸਰਚ ਕਰੋ ਤਾਂ ਤੁਹਾਨੂੰ ਅਲੱਗ-ਅਲੱਗ ਸਬਜੈਕਟ ਦੀ ਬੁੱਕਸ ਦੀ ਵੀ PDF ਮਿਲ ਜਾਂਦੀ ਹੈ। ਬੁੱਕਸ ਦਾ ਇਹ ਫਾਇਦਾ ਹੁੰਦਾ ਕਿ ਅਗਰ ਤੁਸੀਂ ਬੁੱਕਸ ਲੈ ਲਈ ਤਾਂ ਉਹਦੇ ਵਿੱਚ ਤੁਸੀਂ ਟਿਕ ਮਾਰਕ ਕਰ ਸਕਦੇ ਹੋ, ਤਾਂ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਮੇਰਾ ਇਹ ਵਾਲਾ ਟੌਪਿਕ ਹੋ ਗਿਆ, ਅੰਡਰਲਾਈਨ ਕਰ ਸਕਦੇ ਹੋ, ਤੁਸੀਂ ਹਾਈਲਾਈਟ ਕਰ ਸਕਦੇ ਹੋ, ਤਾਂ ਥੋੜ੍ਹੀ ਆਸਾਨੀ ਹੁੰਦੀ ਹੈ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਸਾਡਾ, ਹੁਣ ਦੇਖੋ ਜੀ, ਕਨਸੈਪਟ ਕਲੀਅਰ ਕਰੋ। ਕਨਸੈਪਟ ਕਲੀਅਰ ਕਰਨੀਆਂ ਤੁਸੀਂ ਕਿਸੇ ਵੀ ਟੀਚਰ ਤੋਂ, ਜਿੱਦਾਂ ਕਿ ਮੈਥ ਅਤੇ ਰੀਜ਼ਨਿੰਗ ਇੱਦਾਂ ਦੇ ਸਬਜੈਕਟ ਨੇ ਜਿਹੜੇ ਕਿ ਨਵਾਂ ਸਟੂਡੈਂਟ ਅਗਰ ਪੜ੍ਹਨ ਲੱਗੇਗਾ ਉਹ ਬੁੱਕ ਤੋਂ ਕਦੇ ਵੀ ਫੋਲੋ ਕਰਕੇ ਨਹੀਂ ਪਤਾ ਲੱਗੇਗਾ ਉਹਨੂੰ। ਸੋ ਉਹਦੇ ਲਈ ਉਹਨਾਂ ਨੂੰ ਕਿਸੇ ਟੀਚਰ ਤੋਂ ਜਾਂ ਆਪਣੇ ਕਿਸੇ ਭੈਣ ਭਾਈ ਜਾਂ ਦੋਸਤ ਦੀ ਰਾਏ ਲੈਣੀ ਚਾਹੀਦੀ ਆ ਜਿਹੜੇ ਕਿ ਪਹਿਲਾਂ ਕਾਫੀ ਗੌਰਮੈਂਟ ਐਗਜ਼ਾਮ ਦੇ ਵਿੱਚ ਅਪੀਅਰ ਹੋ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਇਸ ਦੇ ਕਨਸੈਪਟ ਕਲੀਅਰ ਕਰਨ ਲਈ ਆਪਾਂ ਕਿਹੜੇ ਟੀਚਰ ਨੂੰ ਫੋਲੋ ਕਰਨਾ ਚਾਹੀਦਾ ਕਿਉਂਕਿ ਉਹ ਤੁਹਾਨੂੰ ਸਹੀ ਰਾਏ ਦੇਵੇਗਾ। ਸੋ ਥੋੜ੍ਹਾ ਆਪ ਨੂੰ ਵੀ ਬੰਦੇ ਨੂੰ ਦੇਖਣਾ ਪੈਂਦਾ ਕਿ ਮੈਨੂੰ ਕਿਸ ਦਾ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਜਾਂਦਾ। ਸੋ ਤੁਸੀਂ ਡੈਮੋ ਵੀਡੀਓਜ਼ ਦੇਖ ਸਕਦੇ ਹੋ ਕਿਸੇ ਵੀ, ਜਿੱਦਾਂ ਕਿ ਮਤਲਬ ਤੁਸੀਂ YouTube ਦੇ ਉੱਤੇ ਤੁਸੀਂ ਮੈਥ ਦੀ ਤਿਆਰੀ ਕਰਨੀ ਆ, ਮੈਥ ਲਈ ਤੁਸੀਂ 2-3 ਟੀਚਰਸ ਦੀ YouTube ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਹਦਾ ਮੈਥ ਤੁਹਾਨੂੰ ਸਮਝ ਆ ਰਿਹਾ ਅਤੇ ਕੌਣ ਸੌਖੇ ਤਰੀਕੇ ਨਾਲ ਕਰਾ ਰਿਹਾ, ਠੀਕ ਹੈ ਜੀ।
ਨੈਕਸਟ ਆ ਗਿਆ ਸਿੱਧੀ ਆ ਪਹਿਲਾਂ ਸਾਰੇ ਸਬਜੈਕਟ ਤੁਸੀਂ ਦੇ ਕਨਸੈਪਟ ਕਲੀਅਰ ਕਰੋ। ਥਿਊਰੀ ਜ਼ਰੂਰ ਪੜ੍ਹਨੀ ਬਹੁਤ ਜ਼ਰੂਰੀ ਆ, ਕਿਸੇ ਵੀ ਸਬਜੈਕਟ ਦੀ ਤੁਹਾਨੂੰ ਥਿਊਰੀ ਕਰਨੀ ਬਹੁਤ ਜ਼ਰੂਰੀ ਆ। ਜਿੱਦਾਂ ਕਿ ਮੈਥ ਹੈਗਾ, ਮੈਥ ਦੇ ਉੱਤੇ ਦੇ ਤੁਹਾਨੂੰ ਕਨਸੈਪਟ ਕਲੀਅਰ ਕਰਨੇ ਪੈਣੇ ਆ। ਤਾਂ ਜੋ ਆਪਣੇ ਮਾਡਰਨ ਹਿਸਟਰੀ ਹੋ ਗਿਆ ਜਾਂ ਆਪਣੇ ਪੋਲਿਟੀ ਹੋ ਗਿਆ, ਉਹਦੇ ਵਿੱਚ ਵੀ ਤੁਹਾਨੂੰ ਕਨਸੈਪਟ ਕਲੀਅਰ ਕਰਨੇ ਪੈਣੇ ਆ, ਕਿਉਂਕਿ ਓਨਲੀ ਇਕੱਲੇ ਵੀ ਫੈਕਟ ਨਹੀਂ ਪੁੱਛੇ ਜਾਂਦੇ। ਆਪਾਂ ਦੇਖਦੇ ਹਾਂ ਕਿ PPSC ਦੇ ਵਿੱਚ ਵੀ ਜੋ PPSC ਦਾ ਐਗਜ਼ਾਮ ਹੁੰਦੇ ਨੇ ਉਹਦੇ ਵਿੱਚ ਹੁਣ ਇਕੱਲੇ ਫੈਕਟ ਨਹੀਂ ਪੁੱਛੇ ਜਾਂਦੇ, ਸਮਟਾਈਮ ਆਪਸ਼ਨਸ ਦਿੱਤੀਆਂ ਹੁੰਦੀਆਂ ਤੇ ਆਪਾਂ ਨੂੰ ਆਪਸ਼ਨਸ ਐਲੀਮੀਨੇਟ ਕਰਨੀਆਂ ਪੈਂਦੀਆਂ ਨੇ। ਸੋ ਉਹਦੇ ਲਈ ਅਗਰ ਤੁਸੀਂ ਥਿਊਰੀ ਚੰਗੀ ਤਰ੍ਹਾਂ ਪੜ੍ਹੀ ਹੋਏਗੀ ਤਾਂ ਤੁਸੀਂ ਬਹੁਤ ਈਜ਼ੀਲੀ ਉਸ ਕੁਐਸਚਨ ਨੂੰ ਅਟੈਂਪਟ ਕਰਕੇ ਬਿਲਕੁਲ ਸਹੀ ਕਰੋਗੇ। ਠੀਕ ਹੈ ਜੀ। ਨੈਕਸਟ ਆ ਗਿਆ ਸਭ ਤੋਂ ਆਖਰ ਦੇ ਉੱਤੇ ਤੁਸੀਂ ਬੁੱਕਸ ਚੱਕਣੀਆਂ ਨੇ। ਪਹਿਲਾਂ ਤੁਸੀਂ ਆਪਦੇ ਕਨਸੈਪਟ ਕਲੀਅਰ ਕਰੋ, YouTube ਤੋਂ ਦੇਖੋ ਤੁਸੀਂ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਨਲਾਈਨ ਕੋਚਿੰਗ ਲੈਣੀ ਚਾਹੀਦੀ ਹੈ, ਉਹ ਤੁਹਾਡੀ ਆਪਣੀ ਇੱਛਾ ਵਾ ਕਿ ਤੁਸੀਂ ਅਫੋਰਡ ਕਰ ਸਕਦੇ ਹੋ। ਸੋ ਇਹਦਾ ਜਿਹੜਾ ਤੁਸੀਂ ਜੋ ਸਿਲੈਕਸ਼ਨ ਕਰੋਗੇ ਕਿਸੇ ਵੀ ਬੈਚ ਦੀ ਜਾਂ ਕਿਸੇ ਵੀ YouTube ਦੇ ਉੱਤੇ, ਤਾਂ ਇਹ ਬਹੁਤ ਸੋਚ ਸਮਝ ਕੇ ਕਰਨੀ ਆ, ਕਿਉਂਕਿ ਇਹਦੇ ਵਿੱਚ ਟਾਈਮ ਬਹੁਤ ਜ਼ਿਆਦਾ ਵੇਸਟ ਹੁੰਦਾ। ਬਹੁਤ ਸਾਰੇ ਆਪਣੇ ਦੋਸਤਾਂ ਦਾ ਅਗਰ ਆਪਾਂ ਦੇਖੀਏ ਤਾਂ 2021 ਦੇ ਵਿੱਚ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਸੀ ਜੋ ਕਿ ਜਿਨ੍ਹਾਂ ਨੇ ਕੋਈ ਬੈਚ ਖਰੀਦ ਲਿਆ 6 ਮਹੀਨੇ 1 ਸਾਲ ਦਾ ਬੈਚ ਖਰੀਦ ਲਿਆ ਤੇ 1 ਸਾਲ ਉਹਨਾਂ ਦਾ ਇੰਨਾ ਖਰਾਬ ਹੋਇਆ ਕਿ ਨਾ ਤਾਂ ਉਹ ਆਪ ਖੁਦ ਪੜ੍ਹ ਸਕੇ ਤਾਂ ਉਸ ਕੋਰਸ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਟੱਡੀ ਨਹੀਂ ਕਰਵਾਈ ਰਹੀ। ਸੋ ਇਹ ਤੁਸੀਂ ਬਹੁਤ ਸੋਚ ਸਮਝ ਕੇ ਕਿਸੇ ਵੀ ਸਟੂਡੈਂਟ ਦੀ ਤੁਸੀਂ ਰਾਏ ਲੈ ਸਕਦੇ ਹੋ ਜਿਹਨੇ ਉਹਦਾ ਕੋਰਸ ਲਿਆ ਹੋਇਆ ਹਾ। ਸੋ ਉਹ ਤੁਹਾਡੀ ਆਪਣੀ ਇੱਛਾ। ਮੇਰੇ ਵੱਲੋਂ ਤੁਹਾਨੂੰ ਇਹ ਸਲਾਹ ਵਾ ਕਿ ਤੁਸੀਂ ਕੋਰਸ ਲੈਣ ਦੀ ਕੋਈ ਜ਼ਰੂਰਤ ਨਹੀਂ, ਤੁਹਾਨੂੰ ਇੰਨੇ ਪੈਸੇ ਲਾਉਣ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸੈਲਫ ਸਟੱਡੀ ਕਰਕੇ ਬਹੁਤ ਵਧੀਆ ਤਰੀਕੇ ਦੇ ਨਾਲ ਪੇਪਰ ਕਰੈਕ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਸੀਗੇ 2021 ਦੇ ਵਿੱਚ ਜਿਹੜੇ ਕਿ ਸੈਲਫ ਸਟੱਡੀ ਕਰਕੇ ਹੀ ਆਪਦੇ ਪੇਪਰ ਉਹਨਾਂ ਨੇ ਕਰੈਕ ਕੀਤੇ ਨੇ। ਠੀਕ ਹੈ ਜੀ। ਸੋ ਮੇਰੀ ਰਾਏ ਤੁਹਾਨੂੰ ਇਹ ਆ ਕਿ ਤੁਸੀਂ ਸੈਲਫ ਸਟੱਡੀ ਕਰੋ। ਫਿਰ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਚਿੰਗ ਦੀ ਜ਼ਰੂਰਤ ਹੈ, ਉਹ ਤੁਹਾਡੀ ਆਪਣੀ ਇੱਛਾ ਹੈ, ਉਹ ਤੁਸੀਂ ਲੈ ਸਕਦੇ ਹੋ, ਉਹਦੇ ਵਿੱਚ ਕੋਈ ਹਰਜ ਨਹੀਂ ਹੈ। ਬਸ ਤੁਸੀਂ ਜੋ ਵੀ ਇੰਸਟੀਟਿਊਟ ਤੁਸੀਂ ਚੂਜ਼ ਕਰਨਾ ਵਾ ਉਹ ਬਹੁਤ ਸੋਚ ਸਮਝ ਕੇ ਚੁਣਿਓ, ਕਿਉਂਕਿ ਇਹਦੇ ਵਿੱਚ ਤੁਹਾਡੀ ਪੈਸੇ ਦੀ ਇਨਵੈਸਟਮੈਂਟ ਇਕੱਲੇ ਅਗਰ ਆਪਾਂ ਗੱਲ ਕਰੀਏ ਨਾ ਮਨੀ ਦੀ ਇਨਵੈਸਟਮੈਂਟ ਨਹੀਂ ਹੁੰਦੀ, ਨਾਲ ਤੁਹਾਡੇ ਟਾਈਮ ਦੀ ਇਨਵੈਸਟਮੈਂਟ ਵੀ ਹੁੰਦੀ ਆ। ਸੋ ਟਾਈਮ ਬਹੁਤ ਕੀਮਤੀ ਆ, ਕਿਉਂਕਿ ਇੱਕ ਵਾਰ ਜਦੋਂ ਪੇਪਰ ਆ ਜਾਂਦੇ ਨੇ ਉਸ ਟਾਈਮ ਤੱਕ ਅਗਰ ਤੁਹਾਡਾ ਸਿਲੇਬਸ ਨਾ ਪੂਰਾ ਹੋਇਆ ਜਾਂ ਜੋ ਤੁਸੀਂ ਬੈਚ ਲਿਆ ਉਹ ਚੰਗੀ ਤਰ੍ਹਾਂ ਨਾ ਹੋਇਆ ਕੰਪਲੀਟ, ਸੋ ਉਹਦੇ ਲਈ ਵੀ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਇੱਕਦਮ ਤੁਸੀਂ ਟੀਚਰ ਵੀ ਨਹੀਂ ਚੇਂਜ ਕਰ ਸਕਦੇ। ਠੀਕ ਆ। ਸੋ ਇਹ ਚੀਜ਼ ਤੁਸੀਂ ਬਹੁਤ ਸੋਚ ਸਮਝ ਕੇ ਚੂਜ਼ ਕਰਨੀ ਆ ਅਗਰ ਤੁਸੀਂ ਆਨਲਾਈਨ ਬੈਚ ਲੈਣਾ ਵਾ। ਠੀਕ ਹੈ ਜੀ। ਸੋ ਵੈਸੇ ਤੁਹਾਨੂੰ YouTube ਦੇ ਉੱਤੇ ਡਾਟਾ ਮਿਲ ਜਾਏਗਾ। ਹਾਂਜੀ, ਆਪਣੇ ਸੋਰਸ ਬਿਲਕੁਲ ਲਿਮਟਡ ਰੱਖੋ। ਤੁਸੀਂ ਇੱਕ ਮੰਨ ਲਓ ਮੈਥ ਲਈ ਤੁਸੀਂ ਇੱਕ ਟੀਚਰ ਨੂੰ ਫੋਲੋ ਕਰ ਲਿਆ, ਤਾਂ ਅਗਰ ਤੁਹਾਨੂੰ ਸਮਝ ਆ ਰਹੀ ਆ ਤਾਂ ਤੁਸੀਂ ਉਹਨੂੰ ਹੀ ਫੋਲੋ ਕਰੋ, ਉਹਦੇ ਹੀ ਤੁਸੀਂ ਨੋਟਸ ਬਣਾਓ, ਫਾਰਮੂਲਾ ਨੋਟ ਡਾਊਨ ਕਰੋ ਤੇ ਉਹਦੇ ਪ੍ਰੈਕਟਿਸ ਸੈੱਟ ਲਗਾਓ। ਤੁਸੀਂ ਜਿਵੇਂ ਜਿਵੇਂ ਤੁਸੀਂ ਲਾਓਗੇ ਤੁਹਾਨੂੰ ਪਤਾ ਖੁਦ ਨੂੰ ਪਤਾ ਲੱਗਣ ਲੱਗ ਜਾਏਗਾ ਜਦੋਂ ਤੁਸੀਂ ਮੌਕ ਟੈਸਟ ਦਿਓਗੇ ਤੁਹਾਨੂੰ ਉਹਦੀ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ। ਸੋ ਤੁਹਾਨੂੰ ਥੋੜੀ ਪੇਸ਼ੈਂਸ ਵੀ ਰੱਖਣੀ ਪੈਣੀ ਆ, ਕਿਉਂਕਿ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅੱਜ ਤੁਸੀਂ ਤਿਆਰੀ ਕਰਨ ਲੱਗੇ ਤਾਂ 2 ਮਹੀਨੇ ਬਾਅਦ ਐਗਜ਼ਾਮ ਹੋਇਆ ਤਾਂ ਤੁਸੀਂ ਉਹਨੂੰ ਕਲੀਅਰ ਕਰਤਾ, ਇਦਾਂ ਨਹੀਂ ਹੁੰਦਾਗਾ। ਲੋਕ ਬਹੁਤ YouTube ਦੇ ਉੱਤੇ ਤੁਹਾਨੂੰ ਬਹੁਤ ਮਿਲਣਗੇ ਕਿ 3 ਮਹੀਨੇ ਦੇ ਵਿੱਚ ਨਾਇਬ ਦਾ ਪੇਪਰ ਕਲੀਅਰ ਕਰੋ, 3 ਮਹੀਨੇ ਦੇ ਵਿੱਚ ਇਹੋ ਜਿਹਾ ਗਰੰਟਡ ਬੈਚ ਲੈ ਕੇ ਆਵਾਂਗੇ ਕਿ 2 ਮਹੀਨੇ 'ਚ 3 ਮਹੀਨੇ ਦੇ ਵਿੱਚ ਤੁਸੀਂ ਪਟਵਾਰੀ ਦਾ ਪੇਪਰ ਕਲੀਅਰ ਕਰ ਦੋਗੇ। ਸੋ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਇੰਨੀ ਜਲਦੀ ਕੋਈ ਵੀ ਪੇਪਰ ਕਲੀਅਰ ਨਹੀਂ ਹੁੰਦਾਗਾ। ਜੋ ਬੱਚਾ ਬਿਗਨਰ ਤਿਆਰੀ ਕਰਨ ਲੱਗਿਆ ਵਾ, ਅਗਰ ਉਹ 5 ਤੋਂ 6 ਘੰਟੇ ਆਪਦਾ ਕੁਆਲਿਟੀ ਟਾਈਮ ਦਿੰਦਾ, ਠੀਕ ਹੈ ਜੀ, ਸੋ ਤਾਂ ਹੀ ਉਹ ਆਪਦੇ ਬਾਕੀ ਉਹਦੇ ਬੰਦੇ ਦੀ ਆਪਦੇ ਤੇ ਆ ਕਿ ਉਹ ਕਿਸ ਤਰ੍ਹਾਂ ਨਾਲ ਸਿੱਖਦਾ ਵਾ, ਉਹਦੀ ਰਿਵੀਜ਼ਨ ਦੀ ਪਾਵਰ ਕਿੰਨੀ ਆ, ਉਹ ਕਿੰਨੀ ਵਾਰ ਉਹਨੂੰ ਰਿਵਾਈਜ਼ ਕਰ ਰਿਹਾ, ਉਹਦੇ ਮਾਈਂਡ ਦੀ ਪਾਵਰ ਤੇ ਹੁੰਦਾ। ਠੀਕ ਹੈ ਜੀ। ਸੋ ਮੇਰੇ ਅਕੋਰਡਿੰਗ ਤਾਂ ਘੱਟੋ ਘੱਟ 5 ਤੋਂ 6 ਮਹੀਨੇ ਤੁਹਾਨੂੰ ਚਾਹੀਦੇ ਨੇ ਅਗਰ ਤੁਸੀਂ ਪੇਪਰ ਕਲੀਅਰ ਕਰਨਾ ਵਾ। ਠੀਕ ਹੈ ਜੀ। ਅਗਰ ਉਹ ਵੀ ਤੁਸੀਂ ਪੂਰਾ ਰੈਗੂਲਰ ਟਾਈਮ ਦਿਓਗੇ ਤਾਂ ਤੁਹਾਡਾ ਮਾਈਂਡ ਬਹੁਤ ਸ਼ਾਰਪ ਆ, ਕਿਉਂਕਿ ਬੱਚੇ ਇੱਦਾਂ ਦੇ ਵੀ ਨੇ ਜਿਨ੍ਹਾਂ ਨੂੰ 2-2 ਸਾਲ ਦੇ ਵਿੱਚ ਵੀ ਪੇਪਰ ਕਰੈਕ ਨਹੀਂ ਹੋਏ ਤੇ ਕੁਝ ਬੱਚੇ ਇੱਦਾਂ ਦੇ ਵੀ ਸੀ 2021 'ਚ ਜੋ ਕਿ 6 ਮਹੀਨੇ 'ਚ 8 ਮਹੀਨੇ ਦੇ ਵਿੱਚ ਪੇਪਰ ਕਰੈਕ ਕਰ ਗਏ ਨੇ। ਠੀਕ ਹੈ ਜੀ। ਸੋ ਇਹ ਤੁਹਾਡੇ ਤੇ ਆਪਣੇ ਤੇ ਡਿਪੈਂਡ ਕਰਦਾ। ਬਸ ਤੁਸੀਂ ਰੈਗੂਲੈਰਿਟੀ ਅਗਰ ਬਣਾਈ ਰੱਖੋਗੇ, ਥੋੜਾ ਪੇਸ਼ੈਂਸ ਰੱਖੋਗੇ ਤਾਂ ਤੁਸੀਂ ਇਸ ਵਾਰ 2022 'ਚ ਪੱਕਾ ਜੌਬ ਲੱਗ ਜਾਓਗੇ, ਅਗਰ ਤੁਸੀਂ ਹੁਣ ਵੀ ਤਿਆਰੀ ਕਰਨੀ ਸਟਾਰਟ ਕਰੋਗੇ। ਠੀਕ ਹੈ ਜੀ। ਹੁਣ ਜੀ ਮਹੀਨੇ ਦੇ ਵਿੱਚ ਤੁਸੀਂ 3 ਰਿਵੀਜ਼ਨ ਕਰਨੀਆਂ ਨੇ, ਉਹ ਮੈਂ ਤੁਹਾਨੂੰ ਅੱਗੇ ਦੱਸੂਗਾ ਕਿੱਦਾਂ ਤੁਸੀਂ 3 ਰਿਵੀਜ਼ਨ ਕਰਨੀਆਂ ਨੇ। ਕਿ ਜਿਹੜਾ ਤੁਹਾਡਾ ਪੇਪਰ ਦੇ ਵਿੱਚ ਅਗਰ GS ਹੋ ਗਿਆ ਜਾਂ ਜਿੱਦਾਂ ਕੋਈ ਵੀ ਸਬਜੈਕਟ ਹੋ ਗਿਆ ਤਾਂ ਤੁਸੀਂ 3 ਰਿਵੀਜ਼ਨ ਕਰੋਗੇ ਤਾਂ ਉਹ ਤੁਹਾਡੇ ਮਾਈਂਡ ਦੇ ਵਿੱਚ ਛਪ ਜਾਏਗਾ ਤੇ ਬਾਅਦ ਵਿੱਚ ਸਿਰਫ ਇੱਕ ਨੋਰਮਲ ਪੇਪਰ ਤੋਂ ਪਹਿਲਾਂ ਤੁਸੀਂ ਇੱਕ ਨੋਰਮਲ ਰੀਡਿੰਗ ਵੀ ਲਓਗੇ ਤਾਂ ਵੀ ਤੁਹਾਨੂੰ ਉਹ ਦਿਮਾਗ ਦੇ ਵਿੱਚ ਵੜ ਜਾਏਗੀ ਚੀਜ਼। ਠੀਕ ਹੈ ਜੀ। ਹੁਣ ਦੇਖੋ ਜੀ, ਬੁੱਕ ਲਿਸਟ ਤੇ YouTube ਚੈਨਲ ਮੈਂ ਤੁਹਾਨੂੰ ਦੱਸ ਦਾਂਗੇ ਕਿਹੜੇ ਤੁਸੀਂ ਬੁੱਕ ਲਿਸਟ ਲੈਣੀ ਆ ਤੇ YouTube ਚੈਨਲ ਤੁਸੀਂ ਕਿਹੜਾ ਫੋਲੋ ਕਰਨਾ। ਦੇਖੋ ਜੀ, ਹੁਣ ਜੀ GK, ਠੀਕ ਹੈ ਜੀ, GK ਕਰੰਟ ਅਫੇਅਰ ਤੇ ਪੰਜਾਬ GK, ਇਹਦੇ ਵਿੱਚੋਂ ਤੁਹਾਨੂੰ 30 ਤੋਂ 30 ਨੰਬਰ ਦਾ ਘੱਟ ਤੋਂ ਘੱਟ ਤੁਹਾਨੂੰ ਇਹ ਦੇਖਣਾ, ਕਿਉਂਕਿ 10 ਨੰਬਰ ਦੀ ਪੰਜਾਬ GK P++ ਦੇ ਪੈਟਰਨ ਦੇ ਮੁਤਾਬਕ 10 ਨੰਬਰ ਦੀ ਪੰਜਾਬ GK ਤੇ 20 ਨੰਬਰ ਦੀ GK ਕਰੰਟ ਅਫੇਅਰ ਆਉਂਦੀ ਆ। ਸੋ 30 ਨੰਬਰ ਤੁਹਾਨੂੰ ਪੱਕੇ ਆਉਣੇ ਹੀ ਆਉਣੇ ਆ। ਤੁਸੀਂ ਕਿਸੇ ਵੀ ਸਬਜੈਕਟ ਨੂੰ ਛੱਡ ਨਹੀਂ ਸਕਦੇ ਕਿ GK ਬਹੁਤ ਜ਼ਿਆਦਾ ਵਾਸਟ ਆ ਮੈਂ ਨਹੀਂ ਕਰ ਸਕਦਾ। ਜਿੱਦਾਂ ਕਿ ਪੰਜਾਬ GK ਆ, ਅਗਰ ਪੰਜਾਬ GK 10 ਨੰਬਰ ਦੀ ਆਉਂਦੀ ਹੈ ਤਾਂ ਉਹ ਤੁਸੀਂ 10 ਤੋਂ 10 ਨੰਬਰ ਲੈ ਸਕਦੇ ਹੋ ਇਸ ਤਰ੍ਹਾਂ ਨਾਲ। ਠੀਕ ਹੈ ਜੀ। ਕਿਉਂਕਿ ਇਹਦਾ ਲਿਮਟਡ ਸੋਰਸ ਆ। ਠੀਕ ਹੈ। ਲਿਮਟਡ ਸੋਰਸ ਜੋ ਤੁਸੀਂ ਫੋਲੋ ਕਰਦੇ ਹੋਗੇ ਤਾਂ ਤੁਸੀਂ ਆਰਾਮ ਨਾਲ ਕੱਢ ਜਾਓਗੇ। ਠੀਕ ਹੈ ਜੀ। ਸੋ GK ਵੈਸੇ ਬਹੁਤ ਫਾਸਟ ਸਬਜੈਕਟ ਹੈ, ਬਟ ਇਹਨੂੰ ਅਗਰ ਤਰੀਕੇ ਨਾਲ ਪੜ੍ਹਿਆ ਜਾਵੇ ਤੇ ਰਿਵੀਜ਼ਨ ਬਾਰ-ਬਾਰ ਕੀਤੀ ਜਾਵੇ ਤਾਂ ਤੁਸੀਂ ਇਹਦੇ ਵਿੱਚੋਂ ਵੀ ਵਧੀਆ ਸਕੋਰ ਕਰ ਸਕਦੇ ਹੋ। ਸੋ ਇਹਨੂੰ ਲਾਈਟਲੀ ਨਹੀਂ ਲੈਣਾ ਕਿ ਤੁਸੀਂ ਨਹੀਂ ਕਰ ਸਕਦੇ ਸਕੋਰ। ਬਹੁਤ ਸਟੂਡੈਂਟ ਇੱਦਾਂ ਦੇ ਨੇ ਜਿਹੜੇ GK ਦੇ ਵਿੱਚ ਵੀ ਵਧੀਆ ਸਕੋਰ ਕਰਦੇ ਨੇ। ਸੋ ਜਿਹੜੇ ਵੀ ਸਟੂਡੈਂਟ ਮੈਰਿਟ ਦੇ ਵਿੱਚ ਆਉਂਦੇ ਨੇ ਤੁਸੀਂ ਦੇਖ ਲੈਣਾ ਕਿ ਹਾਂ ਉਹਨਾਂ ਦਾ ਸਕੋਰ ਵਧੀਆ ਹੁੰਦਾ। ਮੈਥ, ਰੀਜ਼ਨਿੰਗ, ਇੰਗਲਿਸ਼ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੇ ਨੇ, ਬਟ ਤੁਹਾਨੂੰ ਮੈਰਿਟ ਦੇ ਵਿੱਚ GK ਹੀ ਲੈ ਕੇ ਆਏਗਾ, ਕਿਉਂਕਿ GK ਦਾ ਵੇਟੇਜ ਕਾਫੀ ਹੁੰਦਾ ਵਾ। 30 ਤੋਂ ਲੈ ਕੇ 50 ਨੰਬਰ ਤੱਕ GK ਦਾ ਵੇਟੇਜ ਤੁਸੀਂ ਖੁਦ ਸਮਝ ਸਕਦੇ ਹੋ ਕਿ ਅਗਰ ਇੰਨਾ ਵੇਟੇਜ ਹੋ ਰਿਹਾ ਤਾਂ ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਇਹਦੇ ਲਈ
ਤੁਸੀਂ ਆਪਣਾ ਜੀਕੇ ਅਕੈਡਮੀ ਪੰਜਾਬ ਆਪਣਾ ਜੋ ਚੈਨਲ ਹੈ YouTube ਉਹ ਤੁਸੀਂ ਫੋਲੋ ਕਰ ਸਕਦੇ ਹੋ, ਤੁਸੀਂ ਉਹਦੀਆਂ ਵੀਡੀਓਜ਼ ਦੇਖ ਸਕਦੇ ਹੋ ਅਤੇ ਆਪਣਾ ਕੰਟੈਂਟ ਤੁਸੀਂ ਦੇਖ ਸਕਦੇ ਹੋ। PDF ਆਪਾਂ ਪ੍ਰੋਵਾਈਡ ਕਰਦੇ ਹਾਂ। ਸੋ ਉਹਦੇ ਵਿੱਚ ਮਾਡਰਨ ਹਿਸਟਰੀ, ਪੋਲਿਟੀ, ਠੀਕ ਹੈ ਜੀ, ਮਾਡਰਨ ਹਿਸਟਰੀ, ਪੋਲਿਟੀ ਅਤੇ ਪੰਜਾਬ ਜੀਕੇ ਦੀਆਂ ਆਪਾਂ ਕਲਾਸਾਂ ਸਟਾਰਟ ਕੀਤੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਹੈ। ਆਪਾਂ ਐਕਸਪਲੇਨ ਜੋ ਕਰਦੇ ਹਾਂ ਉਹ ਪੰਜਾਬੀ ਦੇ ਵਿੱਚ ਕਰਦੇ ਹਾਂ, ਬਟ ਤੁਹਾਨੂੰ ਨੋਟਸ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਪ੍ਰੋਵਾਈਡ ਕਰਦੇ ਹਾਂ ਟੈਲੀਗ੍ਰਾਮ 'ਤੇ ਬਿਲਕੁਲ ਫ੍ਰੀ, ਠੀਕ ਹੈ ਜੀ। ਸੋ ਇਹ ਜਦੋਂ ਥਿਊਰੀ ਵਿਦ ਥਿਊਰੀ ਅਤੇ MCQ ਕਰਦੇ ਹਾਂ, ਆਪਾਂ ਥਿਊਰੀ ਅਤੇ MCQ ਕੰਪਲੀਟ ਹੋਣ ਤੋਂ ਬਾਅਦ ਆਪਾਂ ਹਰੇਕ ਸਬਜੈਕਟ ਦੇ 500 MCQ ਕਰਾਂਗੇ, ਠੀਕ ਹੈ ਜੀ। ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਅਗਰ ਤੁਸੀਂ ਬੁੱਕ ਲਿਸਟ ਫੋਲੋ ਕਰਨੀ ਚਾਹੁੰਦੇ ਹੋ, ਠੀਕ ਹੈ, ਜੋ ਬੁੱਕ ਲਿਸਟ ਲਈ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਲੂਸੈਂਟ ਦੀ ਇੱਕ ਥਿਊਰੀ ਬੁੱਕ ਆਉਂਦੀ ਆ, 150 ਰੁਪਏ ਦੀ ਬੁੱਕ ਆਉਂਦੀ ਆ, 150 ਤੋਂ 200 ਦੀ, ਤੁਸੀਂ ਉਹ ਫੋਲੋ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ YouTube ਦੇ ਉੱਤੇ ਤੁਹਾਡਾ ਟਾਈਮ ਵੇਸਟ ਹੁੰਦਾ ਹੈ, ਠੀਕ ਹੈ ਜੀ। ਸੋ ਅਗਰ ਤੁਹਾਡਾ ਰੀਡਿੰਗ ਹੈਬਿਟ ਤੁਹਾਡੀ ਹੈਗੀ ਹੈ, ਕਿਉਂਕਿ ਇਹਦੇ ਲਈ ਰੀਡਿੰਗ ਹੈਬਿਟ ਵੀ ਬਣਾਉਣੀ ਪੈਂਦੀ ਹੈ। ਸੋ ਇਹਦੇ ਲਈ ਅਗਰ ਬਿਲਕੁਲ ਨਵਾਂ ਸਟੂਡੈਂਟ ਆ, ਸੋ ਉਹ ਇਹਨੂੰ ਫੋਲੋ ਨਾ ਕਰੇ, ਕਿਉਂਕਿ ਉਹਦੇ ਲਈ ਥੋੜ੍ਹੀ ਦਿੱਕਤ ਹੋਏਗੀ, ਕਿਉਂਕਿ ਇੱਕ ਵਾਰ ਪਹਿਲਾਂ ਉਹ YouTube ਚੈਨਲ, ਕੋਈ ਵੀ ਜ਼ਰੂਰੀ ਨਹੀਂ ਕਿ ਆਪਣਾ ਚੈਨਲ ਫੋਲੋ ਕਰਨਾ, ਅਗਰ ਤੁਹਾਨੂੰ ਕੋਈ ਹੋਰ ਚੈਨਲ ਵਧੀਆ ਲੱਗਦਾ ਤੁਸੀਂ ਉਹ ਵੀ YouTube ਚੈਨਲ ਤੁਸੀਂ ਫੋਲੋ ਕਰ ਸਕਦੇ ਹੋ। ਅਗਰ ਤੁਹਾਡੀ ਅੰਡਰਸਟੈਂਡਿੰਗ ਵਧੀਆ ਬਣ ਰਹੀ ਹੈ ਕਿਸੇ ਹੋਰ ਚੈਨਲ ਨਾਲ, ਤੁਸੀਂ ਉਹਨੂੰ ਫੋਲੋ ਕਰੋ, ਬਟ ਪਹਿਲਾਂ ਇੱਕਦਮ ਲਈ ਤੁਸੀਂ ਲੂਸੈਂਟ ਜਾਂ ਅਰੀਹੰਟ ਨਾ ਚੱਕਿਓ, ਤੁਸੀਂ ਬੋਰ ਹੋ ਜਾਓਗੇ, ਨਹੀਂ ਪੜ੍ਹੀ ਜਾਣੀ ਤੁਹਾਡੇ ਤੋਂ, ਠੀਕ ਹੈ ਜੀ। ਸੋ ਕਰੰਟ ਅਫੇਅਰ ਦੀ ਤੁਸੀਂ ਕੋਈ ਵੀ ਮੈਗਜ਼ੀਨ ਜਾਂ YouTube ਚੈਨਲ ਫੋਲੋ ਕਰਾਂਗੇ, ਠੀਕ ਹੈ ਜੀ। ਸੋ ਆਪਾਂ ਵੀ ਇਹਦੇ ਵਿੱਚ ਕਰੰਟ ਅਫੇਅਰ ਦੇ ਇੰਪੋਰਟੈਂਟ MCQ ਲੈ ਕੇ ਆਵਾਂਗੇ, ਬਸ ਥੋੜ੍ਹਾ ਟਾਈਮ ਦਿਓ ਆਪਾਂ ਨੂੰ, ਇੱਕ ਅੱਧਾ ਕੋਰਸ ਆਪਣਾ ਪੂਰਾ ਹੋ ਲੈਣ ਤਾਂ ਫਿਰ ਆਪਾਂ ਨਾਲ ਐਡ ਕਰ ਦਾਂਗੇ, ਕਿਉਂਕਿ ਅਜੇ ਫਿਲਹਾਲ ਕੋਈ ਪੇਪਰ ਹੋ ਨਹੀਂ ਰਿਹਾ, ਠੀਕ ਹੈ ਜੀ। ਸੋ ਨੈਕਸਟ ਆਪਾਂ ਗੱਲ ਕਰੀਏ ਤਾਂ ਆਪਾਂ MCQ ਲਈ ਤੁਸੀਂ ਕਿਰਨ ਪਬਲੀਕੇਸ਼ਨ ਦੀ SSC ਦੀ GK ਬੁੱਕ ਆਉਂਦੀ ਆ ਪ੍ਰੀਵੀਅਸ ਈਅਰ, ਸੋ GK ਦੇ ਕੁਐਸਚਨ ਤੁਸੀਂ ਉਹਦੇ 'ਤੇ ਟਰਾਈ ਕਰ ਸਕਦੇ ਹੋ, ਠੀਕ ਹੈ ਜੀ, ਵਧੀਆ ਕੁਐਸਚਨ ਹੁੰਦੇ ਨੇ। ਸਾਡਾ ਪੰਜਾਬ ਤੁਸੀਂ ਬੁੱਕ ਫੋਲੋ ਕਰੋ, ਠੀਕ ਹੈ ਜੀ, ਉਹ ਪੰਜਾਬੀ ਦੇ ਵਿੱਚ ਵੀ ਮਿਲ ਜਾਂਦੀ ਹੈ, ਇੰਗਲਿਸ਼ 'ਚ ਵੀ ਬੋਲਿਆ, ਬੈਸਟ ਬੁੱਕ ਆ, ਤੁਹਾਡੇ ਸਾਰੇ ਡਾਊਟ ਕਲੀਅਰ ਹੋਣਗੇ ਉਹਦੇ ਵਿੱਚ, ਤਾਂ ਥਿਊਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੋਈ ਆ, ਠੀਕ ਹੈ ਜੀ। ਹੁਣ ਅਗਰ ਆਪਾਂ PPSC ਲੈਵਲ ਦੇ ਐਗਜ਼ਾਮ ਦੀ ਗੱਲ ਕਰੀਏ, ਜੋ ਕਿ PPSC ਗਰੁੱਪ B ਦੇ ਐਗਜ਼ਾਮ ਲੈਂਦੀ ਹੈ, ਜਿੱਦਾਂ ਨਾਇਬ ਤਹਿਸੀਲਦਾਰ ਹੋ ਗਿਆ, ਆਪਣਾ ਹੋ ਗਿਆ ਕੋਆਪਰੇਟਿਵ ਇੰਸਪੈਕਟਰ ਹੋ ਗਿਆ, ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਪ੍ਰਿੰਸੀਪਲ ਹੋ ਗਿਆ, ਇੱਦਾਂ ਦੇ ਜਿਹੜੇ ਪੇਪਰ ਨੇ ਉਹਦੇ ਵਿੱਚ ਥੋੜ੍ਹੀ ਜਿਹੀ ਡੀਪ GK ਪੁੱਛਦੇ ਨੇ ਉਹ। ਉਹਦੇ ਲਈ ਤੁਸੀਂ ਸਪੈਕਟਰਮ ਦੀ ਮਾਡਰਨ ਹਿਸਟਰੀ ਆਉਂਦੀ ਆ, ਠੀਕ ਹੈ ਜੀ, ਲਕਸ਼ਮੀਕਾਂਤ ਦੀ ਪੋਲਿਟੀ ਆਉਂਦੀ ਆ, ਇਕਨੋਮਿਕਸ, ਸਾਇੰਸ, ਜੋਗਰਾਫੀ, ਇਨਵਾਇਰਮੈਂਟ ਲਈ ਤੁਸੀਂ NCERT ਜਾਂ ਇਹਦੀਆਂ ਸਟੈਂਡਰਡ ਬੁੱਕਸ ਆਉਂਦੀਆਂ ਨੇ, ਠੀਕ ਹੈ, ਉਹ ਤੁਸੀਂ ਫੋਲੋ ਕਰ ਸਕਦੇ ਹੋ। ਵੈਸੇ ਆਪਾਂ ਜੋ ਆਪਣਾ ਕੋਰਸ ਇਸ ਟਾਈਮ ਕਰ ਰਹੇ ਹਾਂ YouTube ਦੇ ਉੱਤੇ ਫ੍ਰੀ, ਆਪਾਂ ਮੋਸਟਲੀ ਇਹਨਾਂ ਸਪੈਕਟਰਮ, ਮਾਡਰਨ ਹਿਸਟਰੀ ਅਤੇ ਲਕਸ਼ਮੀਕਾਂਤ ਨੂੰ ਫੋਲੋ ਕਰਕੇ ਕਰ ਰਹੇ ਹਾਂ। ਆਪਾਂ ਥਿਊਰੀ ਪਲੱਸ MCQ ਦੋਨੇ ਆਪਾਂ ਕਰ ਰਹੇ ਹਾਂ, ਠੀਕ ਹੈ ਜੀ। ਸੋ ਤੁਸੀਂ ਕਰ ਸਕਦੇ ਹੋ, ਅਗਰ ਤੁਹਾਨੂੰ ਵਧੀਆ ਲੱਗੇ ਤੁਸੀਂ ਫੋਲੋ ਕਰ ਸਕਦੇ ਹੋ, ਅਗਰ ਤੁਹਾਨੂੰ ਵਧੀਆ ਨਾ, ਜ਼ਰੂਰੀ ਨਹੀਂ ਕਿ ਤੁਸੀਂ ਵੀਡੀਓ ਪੱਕਾ ਦੇਖਣੀ ਆ, ਬਟ ਜਿਹੜਾ ਵੀ ਸਟੂਡੈਂਟ ਬਿਗਨਰ ਆ ਉਹਦੇ ਲਈ ਵੀਡੀਓ ਦੇਖਣਾ ਬਹੁਤ ਜ਼ਰੂਰੀ ਆ। ਉਹ ਵੀਡੀਓ ਸਕਿਪ ਨਾ ਕਰਿਓ, ਜਾਂ ਜਿਹਦੇ ਕਨਸੈਪਟ ਨਹੀਂ ਕਲੀਅਰ ਉਹ ਸਟੂਡੈਂਟ ਆਪਣਾ ਵੀਡੀਓ ਜ਼ਰੂਰ ਦੇਖਿਓ, ਕਿਉਂਕਿ ਅਗਰ ਉਹ ਵੀਡੀਓ ਨਹੀਂ ਦੇਖਣਗੇ, ਸਿੱਧਾ ਨੋਟਸ ਪੜ੍ਹਨਗੇ ਤਾਂ ਉਹਨਾਂ ਦੇ ਨੋਟਸ ਵੀ ਪੱਲੇ ਨਹੀਂ ਪੈਣਗੇ, ਠੀਕ ਹੈ ਜੀ। ਸੋ ਬਾਕੀ ਜੋ ਸਟੂਡੈਂਟ ਜੋ ਹੈਗੇ ਨੇ, ਜੋ ਕਾਫੀ ਟਾਈਮ ਤੋਂ ਤਿਆਰੀ ਕਰ ਰਹੇ ਨੇ, ਜਿਨ੍ਹਾਂ ਦੇ ਕਨਸੈਪਟ ਕਲੀਅਰ ਨੇ, ਉਹ ਸਿੱਧੀ ਆਪਣੀ PDF ਡਾਊਨਲੋਡ ਕਰਕੇ ਪੜ੍ਹ ਸਕਦੇ ਆ, ਠੀਕ ਹੈ ਜੀ। ਤੋ ਮੈਥ ਲਈ ਤੁਸੀਂ ਰਾਹੁਲ ਦੇਸ਼ਵਾਲ ਸਰ ਨੇ ਇੱਕ ਟੌਪ ਤੱਕ ਦੀ ਉਹਨਾਂ ਦੀ ਐਪ ਆ, ਅਤੇ ਇੱਕ ਵਾਈਫਾਈ ਸਟੱਡੀ 'ਤੇ ਵੀ ਬਹੁਤ ਵੀਡੀਓਜ਼ ਪਈਆਂ ਨੇ। 20 ਤੋਂ 25 ਨੰਬਰਾਂ ਦਾ ਸਾਡਾ ਮੈਥ ਆਉਂਦਾ ਹੀ ਆਉਂਦਾ ਪੇਪਰ ਦੇ ਵਿੱਚ, ਠੀਕ ਆ। ਸੋ ਇਹਨਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ। ਅਗਰ ਤੁਸੀਂ ਬਿਲਕੁਲ ਜ਼ੀਰੋ ਲੈਵਲ ਤੋਂ ਕਰਨਾ ਹੈ, ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਅਗਰ ਤੁਸੀਂ ਇਹਨਾਂ ਦਾ ਕੋਈ ਕੋਰਸ ਵੀ ਲੈਣਾ ਚਾਹੁੰਦੇ ਹੋ, ਅਗਰ ਤੁਹਾਨੂੰ ਲੱਗੇ ਕਿ YouTube ਦੇ ਉੱਤੇ ਡਾਟਾ ਇਨਫ ਨਹੀਂ, ਤਾਂ ਇਹਨਾਂ ਦਾ ਕੋਰਸ ਵੀ ਤੁਹਾਨੂੰ 600 ਰੁਪਏ ਦੇ ਵਿੱਚ ਮਿਲ ਜਾਵੇਗਾ, ਠੀਕ ਹੈ ਜੀ। 600-700 'ਚ ਤੁਸੀਂ ਲੈ ਸਕਦੇ ਹੋ, ਅਗਰ ਤੁਸੀਂ ਅਫੋਰਡ ਕਰਦੇ ਹੋ। ਵੈਸੇ ਇੱਕ ਵਾਰ ਜਦੋਂ ਤੁਸੀਂ ਬਿਗਨਰ ਹੋ ਤਾਂ ਤੁਹਾਨੂੰ ਕੁਛ ਲੈਣ ਦੀ ਲੋੜ ਨਹੀਂ, ਇਹਨਾਂ ਦਾ YouTube ਦੇ ਉੱਤੇ ਬਹੁਤ ਡਾਟਾ ਅਵੇਲੇਬਲ ਆ। ਆਪਣੇ ਪੰਜਾਬ ਲਈ PEET+B ਦੇ ਵਿੱਚ ਜਾਂ ਕੋਆਪਰੇਟਿਵ ਦੇ ਵਿੱਚ ਜੋ ਵੀ ਐਗਜ਼ਾਮ ਹੋਏ ਸੀਗੇ, ਉਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਲੈਵਲ ਦੇ ਕੁਐਸਚਨ ਆਉਂਦੇ ਨੇ, ਅਰਥਮੈਟਿਕ ਆਉਂਦਾ ਵਾ, ਉਹ ਸਾਰਾ ਬਹੁਤ ਵਧੀਆ ਤਰੀਕੇ ਨਾਲ YouTube ਦੇ ਉੱਤੇ ਬਿਲਕੁਲ ਫ੍ਰੀ ਕਰਵਾਇਆ ਹੋਇਆ ਇਹਨਾਂ ਦਾ, ਤੁਸੀਂ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਅਗਰ ਤੁਹਾਨੂੰ ਕੋਈ ਹੋਰ ਵੀ ਟੀਚਰ ਵਧੀਆ ਲੱਗਦਾ ਹੈ, ਮੈਂ ਆਪਦੇ ਪੁਆਇੰਟ ਆਫ ਵਿਊ ਨਾਲ ਦੱਸ ਰਿਹਾ, ਅਗਰ ਤੁਹਾਨੂੰ ਕੋਈ ਹੋਰ ਟੀਚਰ ਵਧੀਆ ਲੱਗਦਾ ਹੈ YouTube ਦੇ ਉੱਤੇ ਤਾਂ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ। ਅਗਰ ਤੁਹਾਨੂੰ ਆਫਲਾਈਨ ਕੋਈ ਟੀਚਰ ਵਧੀਆ ਲੱਗਦਾ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ। ਹੁਣ ਬੁੱਕਸ ਲਈ ਤੁਸੀਂ ਰਾਕੇਸ਼ ਯਾਦਵ ਦੀ ਇੱਕ 7300 ਬਾਈਲੈਂਗੁਅਲ ਬੁੱਕ ਆਉਂਦੀ ਹੈ, ਠੀਕ ਹੈ ਜੀ, ਇਹ ਫੋਲੋ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਟ੍ਰਿਕਸ ਦੇ ਨਾਲ, ਠੀਕ ਹੈ ਜੀ, ਇਹਦੇ ਵਿੱਚ ਤੁਹਾਨੂੰ ਟ੍ਰਿਕਸ ਦੇ ਨਾਲ ਹੱਲ ਕੀਤੇ ਜਾਂਦੇ ਨੇ ਕੁਐਸਚਨ, ਜਿੱਦਾਂ ਕਿ ਰਾਹੁਲ ਦੇਸ਼ਵਾਲ ਸਰ ਜਾਂ ਬਾਕੀ ਜੋ ਵੀ ਸਰ ਨੇ, ਠੀਕ ਆ, ਉਹ ਟ੍ਰਿਕਸ ਦੇ ਨਾਲ ਕਰਦੇ ਨੇ, ਇਹ ਤੁਸੀਂ ਕਰ ਸਕਦੇ ਹੋ। ਬਟ ਅਗਰ ਤੁਸੀਂ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਬੇਸਿਕ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ RS ਅਗਰਵਾਲ ਦੀ ਕੁਆਂਟ ਦੀ ਬੁੱਕ ਆਉਂਦੀ ਆ, ਤੁਸੀਂ ਇਹ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਸੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਅਗਰ ਵਿਦ ਸ਼ਾਰਟਕਟ ਚਾਹੀਦੀ ਹੈ ਤਾਂ ਰਾਕੇਸ਼ ਯਾਦਵ 7300 ਮੈਥ ਲਿਓ। ਅਗਰ ਤੁਸੀਂ ਚਾਹੁੰਦੇ ਹੋ ਕਿ ਸਿਰਫ ਆਪਣਾ ਬੇਸਿਕ ਵੇ ਦੇ ਨਾਲ ਤੁਸੀਂ ਪੂਰੇ ਕਨਸੈਪਟ ਨੂੰ ਅੰਡਰਸਟੈਂਡ ਕਰਨਾ ਚਾਹੁੰਦੇ ਹੋ ਤਾਂ RS ਅਗਰਵਾਲ ਲੈ ਸਕਦੇ ਹੋ, ਠੀਕ ਹੈ ਜੀ। ਸੋ ਠੀਕ ਹੈ ਜੀ। ਸੋ ਨੈਕਸਟ ਅਗਰ ਆਪਾਂ, ਸੋ ਇਹ ਸਿਰਫ ਆਪਾਂ ਪ੍ਰੈਕਟਿਸ ਲਈ ਲੈਣੀ ਆ, ਬਟ ਪਹਿਲਾਂ ਆਪਾਂ ਨੂੰ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ। ਨੈਕਸਟ ਆ ਗਿਆ ਸਾਡੇ ਕੋਲ ਰੀਜ਼ਨਿੰਗ ਦੀ। ਰੀਜ਼ਨਿੰਗ ਲਈ ਤੁਸੀਂ ਵਾਈਫਾਈ ਸਟੱਡੀ ਫੋਲੋ ਕਰ ਸਕਦੇ ਹੋ, ਜਾਂ ਕਿਸੇ ਵੀ ਰੀਜ਼ਨਿੰਗ ਦਾ ਤੁਸੀਂ ਚੈਪਟਰ ਸਰਚ ਮਾਰੋ ਤਾਂ ਤੁਹਾਡਾ ਸੋਲਵ ਹੋ ਜਾਏਗਾ। 20 ਤੋਂ 25 ਨੰਬਰ ਦੀ ਰੀਜ਼ਨਿੰਗ ਆਉਂਦੀ ਆ, ਠੀਕ ਹੈ ਜੀ। RS ਅਗਰਵਾਲ ਦੀ ਵਰਬਲ ਨੋਨ ਵਰਬਲ ਤੁਸੀਂ ਇੱਕ ਬੁੱਕ ਆਉਂਦੀ ਆ, ਠੀਕ ਆ, 600 ਰੁਪਏ ਦੀ ਬੁੱਕ ਆਏਗੀ, ਤੁਸੀਂ ਇਹ ਲੈ ਸਕਦੇ ਹੋ। ਇਹਦੇ ਉੱਤੇ ਤੁਹਾਡਾ ਸਾਰਾ ਹੋ ਸਕਦਾ, ਅਤੇ ਨਾਲ ਤੁਸੀਂ PYQ ਜ਼ਰੂਰ ਲਾਉਣੇ ਆ ਇਹਦੇ। ਸੋ ਇਹ ਵੀ ਜੋ ਬੁੱਕਾਂ ਨੇ, ਇਹ ਵੀ ਬੁੱਕਾਂ ਤੁਹਾਨੂੰ 600 ਰੁਪਏ ਦੀ ਇੱਕ ਬੁੱਕ ਮਿਲੇਗੀ, ਠੀਕ ਆ। ਸੋ ਇਹ ਸਾਰੀਆਂ ਬੁੱਕਸ 500-600 ਤੋਂ ਘੱਟ ਕੋਈ ਬੁੱਕ ਨਹੀਂ ਗੀ, ਠੀਕ ਆ ਜੀ। ਸੋ ਇਹਦੇ ਲਈ ਅਗਰ ਤੁਸੀਂ ਅਫੋਰਡ ਕਰਦੇ ਹੋ ਤੁਸੀਂ ਤਾਂ ਹੀ ਲਿਓ। ਪਹਿਲਾਂ ਤੁਸੀਂ ਇੱਕ ਵਾਰ ਢੇਰ ਨਾਲ ਲਿਆ ਕੇ ਰੱਖਿਓ, ਇੱਕ ਵਾਰ YouTube ਦੇ ਉੱਤੋਂ ਸਟਾਰਟ ਕਰੋ, ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਕਿ ਜਦੋਂ ਤੁਸੀਂ ਪ੍ਰੀਵੀਅਸ ਈਅਰ ਪੇਪਰ ਅਟੈਂਪਟ ਕਰੋਗੇ, MCQ ਅਟੈਂਪਟ ਕਰੋਗੇ, ਕਿ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਤੁਹਾਨੂੰ ਬੁੱਕਸ ਲੈਣ ਦੀ ਜ਼ਰੂਰਤ ਹੈਗੀ ਹੈ ਇਸ ਸਬਜੈਕਟ ਦੀ ਕਿ ਨਹੀਂ, ਠੀਕ ਹੈ ਜੀ। ਸੋ ਪਹਿਲਾਂ ਇੱਕ ਵਾਰ ਤੁਸੀਂ YouTube ਨੂੰ ਹੀ ਫੋਲੋ ਕਰੋ, ਇੱਕ ਵਾਰ ਸਟਾਰਟਿੰਗ ਦੇ 2-3 ਮਹੀਨੇ ਤੁਸੀਂ
ਤੁਸੀਂ YouTube ਫੋਲੋ ਕਰੋਗੇ ਤਾਂ ਤੁਹਾਡੇ ਕਨਸੈਪਟ ਕਲੀਅਰ ਹੋਣਗੇ। ਉਸ ਤੋਂ ਬਾਅਦ ਤੁਸੀਂ ਕੋਈ ਮਰਜ਼ੀ ਬੁੱਕ ਕਰ ਦੋਗੇ, ਤੁਸੀਂ ਲక్ష్ਮੀਕਾਂਤ ਵੀ ਚੱਕ ਲਓਗੇ, ਠੀਕ ਹੈ ਜੀ। ਇੱਕ ਵਾਰ ਤੁਸੀਂ ਕਨਸੈਪਟ ਕਲੀਅਰ ਹੋ ਗਏ ਤਾਂ ਤੁਹਾਨੂੰ ਉਹ ਵੀ ਪੱਲੇ ਪੈਣ ਲੱਗ ਜਾਏਗੀ, ਠੀਕ ਹੈ ਜੀ। ਤੁਸੀਂ ਅਗਰ ਸਿੱਧੀ ਚੱਕੋਗੇ, ਤੁਸੀਂ ਅੱਜ ਤੱਕ ਕਦੇ ਪੋਲਿਟੀ ਪੜ੍ਹੀ ਹੋਈ ਨਹੀਂ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ, ਤੁਸੀਂ ਸਿੱਧਾ ਲక్ష్ਮੀਕਾਂਤ ਚੱਕ ਲਓਗੇ, ਤੁਹਾਨੂੰ ਕੁਛ ਵੀ ਪੱਲੇ ਨਹੀਂ ਪਏਗਾ, ਉੱਪਰੋਂ ਲੰਘ ਜਾਏਗਾ। ਲక్ష్ਮੀਕਾਂਤ ਬਹੁਤ ਉੱਪਰ ਦੀ ਗੱਲ ਆ। ਅਗਰ ਲੂਸ਼ਨ ਤੇ ਅਰੀਹੰਟ ਵੀ ਤੁਸੀਂ ਚੱਕੋਗੇ ਨਾ, ਤੁਹਾਨੂੰ ਉਹ ਵੀ ਨਹੀਂ ਸਮਝ ਆਏਗੀ, ਠੀਕ ਹੈ ਜੀ। ਸੋ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਆਪਾਂ ਇੱਕ ਵਾਰੀ ਕਨਸੈਪਟ ਕਲੀਅਰ ਕਰਨੇ ਨੇ, ਆਪਣੇ ਥਿਊਰੀ ਪੜ੍ਹਨੀ ਆ ਚੰਗੀ ਤਰ੍ਹਾਂ। YouTube ਦੇ ਉੱਤੇ ਕਿਸੇ ਵੀ ਚੈਨਲ ਨੂੰ ਫੋਲੋ ਕਰ ਲਓ ਤੁਸੀਂ, ਠੀਕ ਹੈ ਜੀ। ਹੁਣ ਇੰਗਲਿਸ਼ ਲਈ ਨਾ ਤੁਸੀਂ 10 ਤੋਂ 15 ਨੰਬਰ ਦੀ ਇੰਗਲਿਸ਼ ਆਉਂਦੀ ਆ। ਸੋ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਸਾਰੇ ਸਟੂਡੈਂਟਸ ਨੂੰ ਥੋੜ੍ਹੀ ਦਿੱਕਤ ਆਉਂਦੀ ਹੈ ਇੰਗਲਿਸ਼ 'ਚ। ਸੋ ਇਹ ਜ਼ਿਆਦਾ ਵੇਟੇਜ ਹੁੰਦਾ ਵੀ ਨਹੀਂ, 10 ਤੋਂ 15 ਨੰਬਰ ਦਾ ਵੇਟੇਜ। ਜਿੱਦਾਂ PSSB ਦੇ ਪੇਪਰ ਹੋਏ ਸੀ ਜਾਂ ਕੋਆਪਰੇਟਿਵ ਬੈਂਕ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਜ਼ਿਆਦਾਤਰ 10 ਤੋਂ 15 ਨੰਬਰ ਦੀ ਹੀ ਇੰਗਲਿਸ਼ ਆਉਂਦੀ ਆ। ਬਟ ਫਿਰ ਵੀ ਆਪਾਂ ਸਕਿਪ ਨਹੀਂ ਕਰ ਸਕਦੇ। ਇਹਦੇ ਲਈ ਤੁਸੀਂ ਇੱਕ ਮੈਡਮ ਨੇ, ਨਿਮਿਸ਼ਾ ਬਾਂਸਲ ਮੈਡਮ, YouTube ਦੇ ਉੱਤੇ ਸਰਚ ਮਾਰੋਗੇ ਤਾਂ ਤੁਹਾਨੂੰ ਉਹ ਮਿਲ ਜਾਏਗਾ, ਠੀਕ ਹੈ। ਇੱਕ ਵਰਖਾ ਮੈਡਮ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਸੋ ਇਹ ਵਰਖਾ ਮੈਡਮ ਨੇ ਜੋ ਇਹ ਲੈਬ ਦੇ ਉੱਤੇ ਕਰਵਾਇਆ ਹੋਇਆ ਇਹਨਾਂ ਨੇ, ਠੀਕ ਹੈ ਜੀ। ਸੋ ਇਹਨਾਂ ਨੇ SP ਬਖਸ਼ੀ ਦੀ ਸੀਰੀਜ਼ ਥੋੜ੍ਹੀ ਜਿਹੀ ਕਰਵਾਈ ਹੋਈ ਆ, ਤੁਹਾਡੀ ਥੋੜ੍ਹੀ ਅੰਡਰਸਟੈਂਡਿੰਗ ਹੋ ਜਾਏਗੀ। ਸੋ ਇਹਦੇ ਵਿੱਚੋਂ ਇੱਕ SP ਬਖਸ਼ੀ ਦੀ ਤੁਸੀਂ ਜਰਨਲ ਇੰਗਲਿਸ਼ ਦੀ ਬੁੱਕ ਲੈ ਸਕਦੇ ਹੋ, ਅਗਰ ਤੁਸੀਂ ਬੁੱਕ ਲੈਣਾ ਚਾਹੁੰਦੇ ਹੋ, ਠੀਕ ਆ। ਬਟ ਇਹ ਵੀ ਮੈਂ ਤੁਹਾਨੂੰ ਦੱਸਾਂਗਾ ਇੱਕ ਕਨਸੈਪਚੁਅਲ ਸਬਜੈਕਟ ਹੈ, ਇਹਦੇ ਲਈ ਵੀ ਤੁਹਾਨੂੰ ਇੱਕ ਵਾਰੀ ਕਿਸੇ ਟੀਚਰ ਨੂੰ ਫੋਲੋ ਕਰਨਾ ਪੈਣਾ ਅਗਰ ਤੁਹਾਡਾ ਇੰਗਲਿਸ਼ ਵੀਕ ਹੈ। ਸੋ ਇਹਨਾਂ ਦੇ ਇੱਕ ਨਿਮਿਸ਼ਾ ਬਾਂਸਲ ਮੈਡਮ ਦੇ 120 ਰੂਲ ਆ ਹੋਏ ਨੇ, ਇਹ ਜ਼ਰੂਰ ਕਰ ਲਿਓ ਪੇਪਰ ਤੋਂ ਪਹਿਲਾਂ, ਤੁਸੀਂ ਇਹਨੂੰ ਰਿਵਾਈਜ਼ ਕਰ ਲਿਓ। ਸੋ ਇਹ ਬਹੁਤ ਵਧੀਆ ਰੂਲ ਨੇ, ਇਹਦੇ ਨਾਲ ਤੁਹਾਨੂੰ ਪੇਪਰ ਦੇ ਵਿੱਚ ਕਾਫੀ ਅੱਛੇ ਤਰੀਕੇ ਨਾਲ ਤੁਸੀਂ ਪੇਪਰ ਨੂੰ ਅਟੈਂਪਟ ਕਰ ਸਕੋਗੇ ਇੰਗਲਿਸ਼ ਦਾ। ਨੈਕਸਟ ਆ ਗਿਆ ਜੀ ਸਾਡਾ। ਹੁਣ ਜੀ ਸਾਡੇ ਕੋਲ ਨੈਕਸਟ ਆ ਗਿਆ ਆਪਣਾ ਪੰਜਾਬੀ ਗ੍ਰਾਮਰ ਆਲਮੋਸਟ ਹਰੇਕ ਦੀ ਕਲੀਅਰ ਹੁੰਦੀ ਆ, 10 ਤੋਂ 15 ਨੰਬਰ ਆਉਂਦੇ ਆ। ਇਹਦੇ ਵਿੱਚੋਂ 100% ਤੁਸੀਂ ਨੰਬਰ ਲੈ ਸਕਦੇ ਹੋ, ਠੀਕ ਆ। 100% ਨੰਬਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ। ਇਹਦੇ ਲਈ ਤੁਸੀਂ 9ਵੀਂ 10ਵੀਂ ਦੀ ਪੰਜਾਬੀ ਵਿਆਕਰਨ ਦੀ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਪੜ੍ਹ ਲਓ। ਇਹਦੇ ਵਿੱਚੋਂ ਸਾਡਾ ਸਾਰਾ ਪੰਜਾਬੀ ਗ੍ਰਾਮਰ ਕਵਰ ਹੋ ਜਾਏਗੀ। ਪ੍ਰੀਵੀਅਸ ਈਅਰ MCQ ਜ਼ਰੂਰ ਲਾਇਓ, ਕਿਉਂਕਿ ਅਗਰ 2021 'ਚ ਜੋ ਪੇਪਰ ਹੋਏ ਸੀ ਉਹਦੇ ਵਿੱਚੋਂ ਅਗਰ 10 ਕੁਐਸਚਨ ਆ ਰਹੇ ਸੀ, ਉਹਦੇ ਵਿੱਚੋਂ 7 ਤੋਂ 8 ਕੁਐਸਚਨ ਪ੍ਰੀਵੀਅਸ ਈਅਰ ਆ ਰਹੇ ਸੀ, ਠੀਕ ਹੈ ਜੀ। ਸੋ ਤੁਸੀਂ ਪ੍ਰੀਵੀਅਸ ਈਅਰ MCQ ਕਰਨੀਆਂ, ਜਾਂ ਤੁਸੀਂ ਨਰਿੰਦਰ ਦੁੱਗਲ ਦੀ ਇੱਕ ਕਿਤਾਬ ਆਉਂਦੀ ਆ, ਠੀਕ ਹੈ ਜੀ, ਉਹ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਸੋ ਇਹ ਤਾਂ ਹੋ ਗਿਆ ਸਾਡਾ ਪੰਜਾਬੀ ਗ੍ਰਾਮਰ। ਨੈਕਸਟ ਆ ਗਿਆ ਸਾਡਾ ਕੰਪਿਊਟਰ ਲਈ ਤੁਸੀਂ ਨਾ ਪੋਜ਼ੀਟਿਵ ਵਾਈਬਸ ਪੰਜਾਬ ਆਪਣਾ ਚੈਨਲ ਆ, ਠੀਕ ਹੈ ਜੀ। ਬਹੁਤ ਵਧੀਆ ਚੈਨਲ ਆ। ਅਗਰ ਤੁਸੀਂ ਕੰਪਿਊਟਰ ਦੀ ਤਿਆਰੀ ਕਰਨਾ ਚਾਹੁੰਦੇ ਹੋ, ਪੂਰੇ ਵਧੀਆ ਤਰੀਕੇ ਨਾਲ ਉਹਨਾਂ ਦੀ ਕਰਵਾਈ ਹੋਈ ਆ। ਸੋ ਫ੍ਰੀ ਤੁਹਾਨੂੰ YouTube ਦੇ ਉੱਤੇ ਕਲਾਸਾਂ ਮਿਲ ਜਾਣਗੀਆਂ, ਬਹੁਤ ਵਧੀਆ ਤਰੀਕੇ ਨਾਲ ਸਰ ਨੇ, ਪ੍ਰੋਫੈਸਰ ਬਲਜਿੰਦਰ ਸਰ ਨੇ ਉਹਨਾਂ ਦਾ ਨਾਮ, ਉਹਨਾਂ ਦੇ ਤੁਸੀਂ ਕਰ ਸਕਦੇ ਹੋ। ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਇਹਦੀ ਤਿਆਰੀ ਹੋਵੇਗੀ। ਇਹਦੇ ਲਈ ਤੁਸੀਂ ਅਰੀਹੰਟ ਦੀ ਇੱਕ, ਅਗਰ ਤੁਸੀਂ ਬੁੱਕ ਤੋਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਅਰੀਹੰਟ ਦੀ ਇੱਕ ਬੁੱਕ ਆਉਂਦੀ ਆ, ਠੀਕ ਹੈ ਜੀ। ਸੋ ਇਹਦੀ ਤੁਸੀਂ ਕਰ ਸਕਦੇ ਹੋ, ਇਹ ਵੀ ਤੁਹਾਨੂੰ 250-300 ਰੁਪਏ ਦੀ ਬੁੱਕ ਪਏਗੀ। ਸੋ ਬੁੱਕਸ ਦੇ ਉੱਤੇ ਤੁਹਾਨੂੰ ਨਾ ਪਹਿਲਾਂ ਇੱਕ ਵਾਰ ਤੁਸੀਂ ਸਿੱਧਾ ਬੁੱਕਸ ਦੇ ਉੱਤੇ ਪੈਸੇ ਨਾ ਲਾਇਓ। ਮੈਂ ਤੁਹਾਨੂੰ ਇਹੀ ਸਲਾਹ ਦਿੰਦਾ ਕਿ ਬੁੱਕਸ ਦੇ ਪੈਸੇ ਨਾ ਲਾਇਓ, ਸਿਰਫ ਇੱਕ ਜਿਹੜੀ ਲੂਸ਼ੈਂਟ ਬੁੱਕ ਤੁਸੀਂ ਲੈ ਸਕਦੇ ਹੋ, ਕਿਉਂਕਿ ਇਹਦੇ ਵਿੱਚ ਸਟੈਟਿਕ GK ਦੇ ਕੁਝ ਫੈਕਟ ਦਿੱਤੇ ਹੋਏ ਨੇ। ਆਪਾਂ ਵੀ ਸਾਰੇ ਕਰਾਂਗੇ, ਬਟ ਫਿਰ ਵੀ ਅਗਰ ਤੁਸੀਂ ਬੁੱਕ ਲੈ ਵੀ ਲਓਗੇ, ਕਿਉਂਕਿ ਇਹ ਜ਼ਿਆਦਾ ਮਹਿੰਗੀ ਬੁੱਕ ਨਹੀਂ, 150 ਤੋਂ 200 ਰੁਪਏ ਦੀ ਲੂਸ਼ੈਂਟ ਲੈ ਲਓ, ਚਾਹੇ ਅਰੀਹੰਟ ਲੈ ਲਓ, 150 ਤੋਂ 200 ਰੁਪਏ ਦੀ ਤੁਹਾਨੂੰ ਬੁੱਕ ਮਿਲ ਜਾਏਗੀ। ਸੋ ਫਿਲਹਾਲ ਅਗਰ ਤੁਸੀਂ ਤਿਆਰੀ ਸਟਾਰਟ ਕਰਨੀ ਹੋ ਤਾਂ ਇਹ ਬੁੱਕ ਲੈ ਸਕਦੇ ਹੋ ਅਗਰ ਲੈਣੀ ਹੋਵੇ। ਵੈਸੇ ਆਪਾਂ ਕਰਵਾ ਹੀ ਰਹੇ ਹਾਂ, ਠੀਕ ਹੈ ਜੀ। ਥਿਊਰੀ ਸਾਰਾ ਕੁਝ ਆਪਾਂ ਆਪਣੇ ਚੈਨਲ ਦੇ ਉੱਤੇ ਕਵਰ ਕਰਾਵਾਂਗੇ, ਠੀਕ ਹੈ। ਹੋਰ ਅਜੇ ਫਿਲਹਾਲ ਤੁਹਾਨੂੰ ਕੋਈ ਬੁੱਕ ਲੈਣ ਦੀ ਜ਼ਰੂਰਤ ਨਹੀਂ। ਸਭ ਤੋਂ ਪਹਿਲਾਂ ਆਪਦੇ ਕਨਸੈਪਟ ਕਲੀਅਰ ਕਰੋ, ਫਿਰ ਤੁਸੀਂ ਜਦੋਂ ਮਹੀਨੇ 2 ਮਹੀਨੇ ਬਾਅਦ ਤੁਹਾਨੂੰ ਖੁਦ ਨੂੰ ਲੱਗੇਗਾ ਕਿ ਹਾਂ ਮੈਨੂੰ ਬੁੱਕ ਦੀ ਲੋੜ ਆ, ਫਿਰ ਹੌਲੀ ਹੌਲੀ ਕਰਕੇ ਤੁਸੀਂ ਬੁੱਕ ਪਰਚੇਜ਼ ਕਰ ਸਕਦੇ ਹੋ। ਬਟ ਅਗਰ ਤੁਹਾਡੇ 50% ਕਨਸੈਪਟ ਕਲੀਅਰ ਨੇ ਤਾਂ ਤੁਹਾਨੂੰ ਬੁੱਕ ਦੀ ਲੋੜ ਆ, ਫਿਰ ਤੁਹਾਨੂੰ ਬੁੱਕ ਲੈਣੀ ਓ ਪੈਣੀ ਆ, ਠੀਕ ਹੈ। ਕਿਉਂਕਿ ਬੁੱਕਸ ਤੋਂ ਬਿਨਾਂ ਉਸ ਤਰ੍ਹਾਂ ਗੁਜ਼ਾਰਾ ਨਹੀਂ ਹੁੰਦਾ। ਇੱਦਾਂ ਨਹੀਂ ਕਿ ਆਪਾਂ ਬੁੱਕਸ ਤੋਂ ਬਿਨਾਂ ਵੀ ਉਹ ਕਰ ਲਾਂਗੇ, ਠੀਕ ਹੈ ਜੀ। ਇਕੱਲੇ PDF ਪੜ੍ਹ ਕੇ ਆਪਾਂ ਨਹੀਂ ਕਰ ਸਕਾਂਗੇ। ਸੋ ਆਪਾਂ ਨੂੰ ਬੁੱਕਸ ਫਿਰ ਵੀ ਲੈਣੀਆਂ ਪੈਣਗੀਆਂ। ਸੋ ਬੁੱਕਸ ਉਦੋਂ ਲੈਣੀਆਂ ਨੇ ਜਦੋਂ ਆਪਣੇ ਕਨਸੈਪਟ ਕਲੀਅਰ ਹੋ ਗਏ, ਠੀਕ ਹੈ। ਪਹਿਲਾਂ ਬੁੱਕਸ ਦੇ ਪਿੱਛੇ ਨਹੀਂ ਭੱਜਣਾ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਕਨਫਿਊਜ਼ ਹੋ ਜਾਓਗੇ ਅਤੇ ਤੁਸੀਂ ਬੋਰ ਹੋ ਜਾਓਗੇ ਪੜ੍ਹਨੋਂ। ਸੋ ਤੁਹਾਨੂੰ ਪੜ੍ਹਨ ਨੂੰ ਮਨ ਵੀ ਨਹੀਂ ਕਰੇਗਾ, ਠੀਕ ਹੈ ਜੀ। ਹੁਣ ਨੈਕਸਟ ਆ ਗਿਆ ਜੀ ਟਾਈਮ ਟੇਬਲ ਆਪਾਂ ਕੀ ਬਣਾਉਣਾ। ਦੇਖੋ ਜੀ, ਟਾਈਮ ਟੇਬਲ ਆਪਦੇ ਹਿਸਾਬ ਨਾਲ ਬਣਾਓ। ਕਿਸੇ ਬੰਦੇ ਕੋਲੇ ਪੜ੍ਹਨ ਲਈ 8 ਘੰਟੇ ਹੁੰਦੇ ਨੇ, ਕਈ ਬੰਦਿਆਂ ਕੋਲੇ 6 ਹੁੰਦੇ ਨੇ, ਕਿਸੇ ਸਟੂਡੈਂਟ ਦੇ ਕੋਲੇ ਪੜ੍ਹਨ ਲਈ 2 ਤੋਂ 3, ਜੋ ਜੋਬ ਕਰਦੇ ਉਹਨਾਂ ਕੋਲੇ 2 ਤੋਂ 3 ਘੰਟੇ ਹੁੰਦੇ ਆ, ਠੀਕ ਆ। ਸੋ ਤੁਸੀਂ ਆਪਦੇ ਹਿਸਾਬ ਦੇ ਨਾਲ ਟਾਈਮ ਮੈਨੇਜ ਕਰ ਸਕਦੇ ਹੋ। ਇਹ ਤੁਸੀਂ ਤੁਹਾਨੂੰ ਆਪ ਨੂੰ ਹੀ ਬਣਾਉਣਾ ਪੈਣਾ। ਬਸ ਤੁਸੀਂ ਨਾ ਸ਼ੁਰੂਆਤ ਦੇ ਵਿੱਚ ਜਿਹੜੇ 5-7 ਦਿਨ, ਮੰਨ ਲਓ ਤੁਸੀਂ ਅੱਜ ਸ਼ੁਰੂਆਤ ਕੀਤੀ ਆ, ਤੁਸੀਂ 5-7 ਦਿਨ ਸਿਰਫ 2 ਤੋਂ 3 ਘੰਟੇ ਪੜ੍ਹੋ। ਕਿਉਂਕਿ ਜੇ ਤੁਸੀਂ ਜ਼ਿਆਦਾ ਪੜ੍ਹੋਗੇ, ਮੰਨ ਲਓ ਅੱਜ ਤੁਸੀਂ 8 ਘੰਟੇ ਪੜ੍ਹ ਲਏ, ਤਾਂ ਤੁਸੀਂ 4 ਦਿਨ ਤੁਹਾਡਾ ਕਿਤਾਬਾਂ ਲਈ ਦੇਖਣ ਨੂੰ ਮਨ ਨਹੀਂ ਕਰੂਗਾ। ਰੈਗੂਲਰ ਪੜ੍ਹਨਾ, ਭਾਵੇਂ ਘੱਟ ਪੜ੍ਹ ਲਓ, ਤੁਸੀਂ 3 ਘੰਟੇ ਵੀ ਪੜ੍ਹੋਗੇ ਨਾ, ਬਟ ਰੈਗੂਲਰ ਪੜ੍ਹੋ, ਠੀਕ ਹੈ ਜੀ। ਰੋਜ਼ ਪੜ੍ਹੋ, ਬਸ ਇੱਕ ਦਿਨ ਬ੍ਰੇਕ ਲਓ, ਹਫ਼ਤੇ 'ਚ ਵੀਕਲੀ ਇੱਕ ਆਫ ਲਓ। ਤੁਸੀਂ ਆਪਦਾ ਵਧੀਆ, ਤੁਹਾਨੂੰ ਦਿਮਾਗ ਦੇ ਵਿੱਚ ਰੀਫਰੈਸ਼ ਹੋਣਾ ਵੀ ਜ਼ਰੂਰੀ ਆ। ਜ਼ਰੂਰੀ ਨਹੀਂ ਕਿ ਤੁਸੀਂ 24 ਘੰਟੇ ਕਿਤਾਬੀ ਕੀੜਾ ਬਣੇ ਰਹਿਣਾ, ਠੀਕ ਹੈ ਜੀ। ਸੋ ਸ਼ੁਰੂਆਤ 'ਚ 5-7 ਦਿਨ ਤੁਸੀਂ 2 ਤੋਂ 3 ਘੰਟੇ ਪੜ੍ਹਨਾ ਵਾ। ਸ਼ੁਰੂਆਤ ਵਿੱਚ ਸਿਰਫ ਸੌਖੇ ਜਾਂ ਫੇਵਰੇਟ ਸਬਜੈਕਟ ਜਿਹਦੇ ਵਿੱਚ ਤੁਹਾਡਾ ਇੰਟਰਸਟ ਆ। ਜਿਵੇਂ ਕਈ ਸਟੂਡੈਂਟਸ ਦਾ ਇੰਟਰਸਟ ਹੁੰਦਾ ਮਾਡਰਨ ਹਿਸਟਰੀ, ਇਹ ਸਟੋਰੀ ਟਾਈਪ ਆ। ਪੰਜਾਬ GK ਸਟੋਰੀ ਟਾਈਪ ਆ। ਪੋਲਿਟੀ ਵੀ ਤੁਸੀਂ ਇੰਟਰਸਟ ਨਾਲ ਪੜ੍ਹ ਸਕਦੇ ਹੋ ਅਗਰ ਪੜ੍ਹਨੀ ਆ, ਠੀਕ ਹੈ ਜੀ। ਕਰੰਟ ਅਫੇਅਰ ਹੋ ਗਏ, ਇਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ। ਇਹਦੇ ਨਾਲ ਇੱਦਾਂ ਕਿ ਇੱਕ ਵਾਰ ਤੁਸੀਂ ਪੜ੍ਹੋਗੇ, ਤੁਹਾਡਾ ਇੰਟਰਸਟ ਬਣੇਗਾ। ਉਸ ਤੋਂ ਬਾਅਦ ਤੁਸੀਂ ਜਿਹੜਾ ਮਰਜ਼ੀ ਸਬਜੈਕਟ ਚੱਕੋਗੇ, ਹੌਲੀ ਹੌਲੀ ਤੁਹਾਡੇ ਸਾਰੇ ਉਹ ਦਿਮਾਗ ਦੇ ਵਿੱਚ ਪੈਣ ਲੱਗ ਜਾਣਗੇ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਘੱਟ ਤੋਂ ਘੱਟ 5-6 ਘੰਟੇ ਤੁਸੀਂ ਕੁਆਲਿਟੀ ਟਾਈਮ ਪੜ੍ਹਾਈ ਕਰਨੀ ਆ, ਠੀਕ ਹੈ ਜੀ। ਕੁਆਲਿਟੀ ਟਾਈਮ ਮਤਲਬ ਇੱਦਾਂ ਨਹੀਂ ਕਿ ਤੁਸੀਂ ਅੱਜ 1 ਘੰਟੇ ਲਈ 2 ਘੰਟੇ ਲਈ ਤੁਸੀਂ ਮੰਨ ਲਓ ਇੱਕ ਸਬਜੈਕਟ ਚੱਕ ਲਿਆ ਅਤੇ ਉਹਨੂੰ ਚੱਕਿਆ ਅਤੇ ਚੱਕ ਕੇ ਤੁਸੀਂ 2 ਘੰਟੇ ਦੇਖਿਆ ਅਤੇ ਵਿੱਚ ਦੀ ਨਾਲ ਤੁਸੀਂ ਘੰਟਾ ਤੁਸੀਂ ਆਪਦਾ ਅੱਧਾ ਘੰਟਾ ਤੁਸੀਂ ਫੋਨ ਚਲਾਈ ਗਏ। ਉਹਦੇ ਨਾਲ ਫਿਰ ਉਹਦਾ ਕੋਈ ਉਹ ਨਹੀਂ ਹੋਣਾ। ਮੋਬਾਈਲ ਦਾ ਯੂਜ਼ ਘੱਟ ਕਰਨਾ। ਇੱਕ ਦਿਨ 'ਚ 3 ਸਬਜੈਕਟ ਹੀ ਤੁਸੀਂ ਕਰਨੇ ਨੇ। ਮੰਨ ਲਓ ਤੁਸੀਂ ਇੱਕ GK ਪੜ੍ਹਨ ਲੱਗ ਗਏ ਨਾ ਅੱਜ,
ਸੋ ਇੱਕ ਜੀਕੇ ਪੜ੍ਹ ਲਓ ਤੁਸੀਂ, ਨਾਲ ਤੁਸੀਂ ਜੇ ਪੰਜਾਬ ਜੀਕੇ ਪੜ੍ਹ ਲਓ, ਠੀਕ ਹੈ ਜੀ, ਨਾਲ ਤੁਸੀਂ ਇੱਕ ਮੈਥ ਪੜ੍ਹ ਲਓ। ਅੱਜ ਤੁਸੀਂ ਇਹ ਪੜ੍ਹ ਲਿਆ, ਕੱਲ੍ਹ ਨੂੰ ਤੁਸੀਂ ਚੇਂਜ ਕਰ ਲਓ। ਸੋ ਤੁਸੀਂ ਥੋੜ੍ਹਾ ਜਿਹਾ ਨਾ ਇਹਨੂੰ ਘੁਮਾ ਕੇ ਪੜ੍ਹਨਾ ਵਾ, ਠੀਕ ਹੈ ਜੀ। ਸੋ ਇਸ ਤਰ੍ਹਾਂ ਨਹੀਂ ਕਿ ਇੱਕ ਦਿਨ ਦੇ ਵਿੱਚ 6 ਦੇ 6 ਸਬਜੈਕਟ ਇੰਪੋਰਟੈਂਟ ਨੇ, ਪੇਪਰ 'ਚ ਆਉਂਦੇ ਨੇ ਜੀ ਇਹ 6 ਸਬਜੈਕਟ ਅਸੀਂ ਅੱਜ ਹੀ ਪੜ੍ਹਾਂਗੇ ਸਾਰੇ, ਠੀਕ ਹੈ, ਇਸ ਤਰ੍ਹਾਂ ਨਹੀਂ ਕਰਨਾ ਗਾ, ਠੀਕ ਹੈ। ਇੱਕ ਦਿਨ ਦੇ ਵਿੱਚ ਤੁਸੀਂ 3 ਪੜ੍ਹਦੇ ਆ, ਹੌਲੀ ਹੌਲੀ ਆਰਾਮ ਨਾਲ ਪੜ੍ਹਨਾ ਵਾ, ਅਤੇ ਇਹਦੇ ਵਿੱਚ ਕੋਈ ਕਾਹਲੀ ਨਹੀਂ ਕਰਨੀ, ਕਿਉਂਕਿ ਜਿੰਨੀ ਤੁਸੀਂ ਕਾਹਲੀ ਕਰੋਗੇ, ਤੁਸੀਂ ਜਿੰਨਾ ਮਰਜ਼ੀ ਉਹ ਕਰੋਗੇ, ਉਹ ਤੁਹਾਡੇ ਦਿਮਾਗ ਦੇ ਵਿੱਚ ਉਹ ਮਿਟੀ ਜਾਣਾ ਵਾ ਪੁਰਾਣਾ। ਨੈਕਸਟ ਆ ਗਿਆ ਸਾਡਾ ਥਿਊਰੀ। ਪਹਿਲਾਂ ਕਰੋ, ਫਿਰ ਆਖਰ ਤੇ MCQ ਕਰਦੇ ਆ। ਪਹਿਲਾਂ ਥਿਊਰੀ ਕਰਨਾ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਥਿਊਰੀ ਜੇ ਤੁਸੀਂ ਨਹੀਂ ਕਰੋਗੇ, ਸਿੱਧੇ MCQ ਲਾਓਗੇ, YouTube ਦੇ ਉੱਤੇ ਬਹੁਤ ਚੈਨਲ ਤੁਹਾਨੂੰ ਮਿਲ ਜਾਣਗੇ, ਸਿੱਧੇ MCQ 100 MCQ ਕਰੋ ਅਤੇ ਪੇਪਰ ਕਲੀਅਰ ਕਰੋ। ਇਸ ਤਰ੍ਹਾਂ ਪੇਪਰ ਨਹੀਂ ਕਲੀਅਰ ਹੁੰਦੇਗੇ, ਠੀਕ ਹੈ ਜੀ। ਸੋ ਉਹਨੂੰ ਥਿਊਰੀ ਪੜ੍ਹਨੀ ਓ ਪੈਣੀ ਹੈ। ਇੱਕ ਵਾਰ ਤੁਸੀਂ ਥਿਊਰੀ ਪੜ੍ਹੋਗੇ, ਉਸ ਤੋਂ ਬਾਅਦ MCQ ਦਾ ਤੁਸੀਂ ਆਪਣੇ ਆਪ ਸੋਲਵ ਕਰੋਗੇ, ਠੀਕ ਹੈ ਜੀ। ਥਿਊਰੀ, ਕਿਉਂਕਿ ਅੱਜ ਕੱਲ੍ਹ ਸਵਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਥੋੜ੍ਹੇ ਜਿਹੇ ਕਨਸੈਪਚੁਅਲ ਆਉਂਦੇ ਨੇ, ਠੀਕ ਆ। ਸੋ ਤੁਸੀਂ ਥਿਊਰੀ ਜ਼ਰੂਰ ਪੜ੍ਹਨੀ ਆ ਕਿਸੇ ਵੀ ਸਬਜੈਕਟ ਦੀ, ਠੀਕ ਹੈ ਜੀ। ਨੈਕਸਟ ਆ ਗਿਆ ਸਾਡੇ ਕੋਲ ਮੈਥ ਅਤੇ ਰੀਜ਼ਨਿੰਗ ਵਿੱਚ ਸ਼ਾਰਟਕਟ ਸਿੱਖਣੇ ਪੈਣੇ ਆ ਤੁਹਾਨੂੰ, ਠੀਕ ਆ। ਇਹ ਤੁਸੀਂ ਸਿੱਖੋਗੇ ਤਾਂ ਹੀ ਤੁਹਾਡਾ ਪੇਪਰ 'ਚ ਉਹ ਹੋਏਗਾ ਬੇਸਿਕ ਤਰੀਕੇ ਨਾਲ। ਜਿੱਦਾਂ ਸਟੂਡੈਂਟ 9ਵੀਂ 10ਵੀਂ ਦੇ ਵਿੱਚ 8ਵੀਂ ਦੇ ਵਿੱਚ ਕਰਦੇ ਸੀ, ਉਸ ਤਰ੍ਹਾਂ ਨਾਲ ਤੁਸੀਂ ਨਹੀਂ ਕਰਨਾਗਾ, ਕਿਉਂਕਿ ਉਸ ਤਰ੍ਹਾਂ ਨਾਲ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਬਚੇਗਾ। ਕਿਉਂਕਿ ਜਿੱਦਾਂ ਅਗਰ ਮੰਨ ਲਓ 50 ਨੰਬਰ ਦੀ ਮੈਥ ਰੀਜ਼ਨਿੰਗ ਆਉਂਦੀ ਆ, ਅਗਰ ਤੁਸੀਂ ਬੇਸਿਕ ਤਰੀਕੇ ਨਾਲ ਕਰੋਗੇ, ਨਾ ਤਾਂ ਤੁਹਾਡੇ ਕੋਲ ਆਫਲਾਈਨ ਪੇਪਰ 'ਚ ਸ਼ੀਟ ਮਿਲੇਗੀ ਤੁਹਾਨੂੰ, ਅਤੇ ਨਾ ਹੀ ਤੁਹਾਡੇ ਕੋਲ ਇੰਨਾ ਟਾਈਮ ਹੋਊਗਾ ਕਿ ਤੁਸੀਂ ਬੇਸਿਕ ਤਰੀਕੇ ਨਾਲ ਉਹਨੂੰ ਕਰੋ। ਸੋ ਤੁਹਾਨੂੰ ਉਹਦੇ ਲਈ ਸ਼ਾਰਟਕਟ ਤਰੀਕੇ ਸਿੱਖਣੇ ਪੈਣੇ ਆ, ਠੀਕ ਹੈ ਜੀ। ਮੈਥ ਲਈ ਨਾ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਤੁਸੀਂ ਪਰਸੈਂਟ ਚੈਪਟਰ, ਠੀਕ ਹੈ, ਪਰਸੈਂਟ ਚੈਪਟਰ ਹੁੰਦਾ ਪਰਸੈਂਟੇਜ, ਠੀਕ ਹੈ ਜੀ, ਇਹ ਕਰ ਲਿਓ, ਰੇਸ਼ੀਓ ਕਰ ਲਿਓ, ਸਿੰਪਲ ਇੰਟਰਸਟ ਅਤੇ ਕੰਪਾਊਂਡ ਇੰਟਰਸਟ ਕਰ ਲਓ, ਠੀਕ ਹੈ ਜੀ। ਸੋ ਇਹ 3 ਸਬਜੈਕਟ ਤੁਸੀਂ ਕਰਕੇ, ਉਸ ਤੋਂ ਬਾਅਦ ਟਾਈਮ ਐਂਡ ਵਰਕ ਅਤੇ ਟਾਈਮ ਐਂਡ ਡਿਸਟੈਂਸ, ਠੀਕ ਹੈ ਜੀ। ਟਾਈਮ ਵਰਕ ਅਤੇ ਟਾਈਮ ਡਿਸਟੈਂਸ, ਇਹ ਵਾਲੇ 6 ਤੁਸੀਂ ਟੌਪਿਕ ਚੰਗੀ ਤਰ੍ਹਾਂ ਰੱਟ ਲੈਣੇ ਆ, ਕਿਉਂਕਿ 70 ਤੋਂ 80% ਮੈਥ ਤੁਹਾਨੂੰ ਇਹਦੇ ਵਿੱਚ ਆਉਂਦਾ, ਅਤੇ ਇਹ ਕੁਐਸਚਨਸ ਅਤੇ ਇਹ ਸੌਖੇ ਬਹੁਤ ਹੁੰਦੇ ਨੇ, ਠੀਕ ਆ। ਸੋ ਅੱਧਾ ਮੈਥ ਤੁਹਾਡਾ ਇਹਦੇ ਵਿੱਚੋਂ ਹੀ ਕਵਰ, ਅੱਧੇ ਤੋਂ ਵੱਧ 70-80% ਤੁਹਾਡਾ ਮੈਥ ਇਹ 'ਚੋਂ ਕਵਰ ਹੋ ਜਾਏਗਾ, ਠੀਕ ਆ। ਨਾਲ ਇੱਕ ਮੈਂਸੂਰੇਸ਼ਨ ਜ਼ਰੂਰ ਕਰਨੀ ਆ, ਠੀਕ ਹੈ ਜੀ। ਮੈਂਸੂਰੇਸ਼ਨ ਦੇ ਵਿੱਚ ਵੀ ਕੁਝ ਸਵਾਲ ਆ ਜਾਂਦੇ ਨੇ, ਹਾਲਾਂਕਿ 2021 'ਚ ਮੈਂਸੂਰੇਸ਼ਨ ਦੇ ਬਹੁਤ ਘੱਟ ਸਵਾਲ ਪੁੱਛੇ ਗਏ ਸੀ, ਬਟ ਪਟਵਾਰੀ ਦੇ ਪੇਪਰ ਜਿੱਦਾਂ ਅੱਗੇ ਆ ਸਕਦੇ ਨੇ ਕੁਐਸਚਨ, ਠੀਕ ਹੈ ਜੀ। ਨੈਕਸਟ ਆ ਗਿਆ ਸਾਡਾ, ਜਦ ਸਿਲੇਬਸ 60 ਤੋਂ 70% ਤੁਹਾਡਾ ਪੂਰਾ ਹੋ ਗਿਆ ਮੰਨ ਲਓ, ਠੀਕ ਆ, ਫਿਰ ਤੁਸੀਂ ਵੀਕਲੀ 2 ਮੌਕ ਟੈਸਟ ਜਾਂ ਪ੍ਰੀਵੀਅਸ ਈਅਰ ਪੇਪਰ ਦਾ ਟੈਸਟ ਜ਼ਰੂਰ ਲੈਣਾ। ਉਹਦਾ ਮੌਕ ਟੈਸਟ ਦਾ ਤੁਸੀਂ ਪਹਿਲਾਂ ਨਹੀਂ ਤੁਸੀਂ ਮੌਕ ਟੈਸਟ ਲਾਉਣੇ, ਇੱਕ ਵਾਰ ਤੁਸੀਂ ਉਹ ਸਿਰਫ ਪ੍ਰੀਵੀਅਸ ਈਅਰ ਪੇਪਰ ਦੇਖ ਸਕਦੇ ਹੋ ਕਿ ਹਾਂ ਇਹਦੇ ਵਿੱਚ ਇਦਾਂ ਦੇ ਕੁਐਸਚਨ ਬਣੇ ਹੋਏ ਨੇ, ਠੀਕ ਆ ਜੀ। ਕਿਉਂਕਿ ਅਗਰ ਤੁਸੀਂ ਸਿਲੇਬਸ ਕੰਪਲੀਟ ਕਰੋਗੇ ਤਾਂ ਹੀ ਤੁਹਾਡਾ ਮੌਕ ਟੈਸਟ ਲਾਉਣ ਦਾ ਫਾਇਦਾ ਵਾ, ਅਦਰਵਾਈਜ਼ ਤੁਸੀਂ ਤੁਹਾਡਾ ਕੌਨਫੀਡੈਂਸ ਲੋ ਹੋ ਜਾਏਗਾ ਅਤੇ ਤੁਹਾਡਾ ਮੌਕ ਟੈਸਟ ਦੇਣ ਨੂੰ ਤੁਹਾਡਾ ਪੜ੍ਹਨ ਨੂੰ ਵੀ ਉਲਟਾ ਮਨ ਨਹੀਂ ਕਰੇਗਾ। ਮੰਨ ਲਓ ਤੁਸੀਂ ਉਹ ਮੌਕ ਟੈਸਟ ਲਾਇਆ ਅਤੇ ਤੁਹਾਡੇ 100 ਦੇ ਵਿੱਚੋਂ ਮੰਨ ਲਓ 33 ਨੰਬਰ ਆਏ, ਠੀਕ ਆ, 35 ਨੰਬਰ ਆਏ, ਮੰਨ ਲਓ ਤੁਹਾਡਾ ਮਨ ਨਹੀਂ ਕਰੇਗਾ ਕਿ ਯਾਰ ਕੱਟ ਆਫ 80 ਚਲੀ ਜਾਂਦੀ ਆ ਤਾਂ ਮੇਰੇ ਤਾਂ 35 ਨੰਬਰ ਆ ਰਹੇ ਆ। ਸੋ ਇਹਦੇ ਲਈ ਜ਼ਰੂਰੀ ਹੈ ਕਿ 60 ਤੋਂ 70% ਤੁਸੀਂ ਪੂਰਾ ਕਰੋ। ਅਗਰ ਤੁਹਾਡੇ ਉਹਦੇ ਵਿੱਚੋਂ 60 ਨੰਬਰ ਆਉਂਦੇ ਨੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਕੋਈ ਗੱਲ ਨਹੀਂ, ਮੈਂ 10 15 20 ਨੰਬਰ ਹੋਰ ਕਰਨੇ ਆ, ਦੇਖਣਾ ਮੈਂ ਕਿੱਥੋਂ ਮੇਰੇ ਪ੍ਰੋਬਲਮ ਆ ਰਹੀ ਆ, ਤਾਂ ਉਹ ਤੁਸੀਂ ਵੀਕ ਸਬਜੈਕਟ ਕਵਰ ਕਰ ਸਕਦੇ ਹੋ। ਮੌਕ ਟੈਸਟ ਦਾ ਐਨਾਲਾਈਜ਼ ਕਰੋ, ਵੀਕ 'ਚ ਇੱਕ ਦਿਨ ਆਫ ਕਰ ਲਓ, ਠੀਕ ਹੈ ਜੀ। ਇੱਕ ਦਿਨ ਤੁਸੀਂ ਆਫ ਲਓਗੇ ਨਾ, ਉਹਦੇ ਨਾਲ ਤੁਹਾਡਾ ਦਿਮਾਗ ਫਰੈਸ਼ ਹੋ ਜਾਏਗਾ, ਠੀਕ ਹੈ ਜੀ। ਪੜ੍ਹਦੇ ਸਮੇਂ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਬ੍ਰੇਕ ਲਓ, ਜਿਵੇਂ ਮੰਨ ਲਓ 1 ਘੰਟਾ 2 ਘੰਟੇ ਦਾ ਤੁਸੀਂ ਇੱਕ ਸ਼ਡਿਊਲ ਬਣਾਇਆ ਕਿ ਮੈਥ ਮੈਂ 2 ਘੰਟੇ ਕਰਨਾ ਵਾ, 2 ਘੰਟੇ 'ਚ 1 ਘੰਟਾ ਕਰੋ, ਉਸ ਤੋਂ ਬਾਅਦ ਤੁਸੀਂ 10 ਤੋਂ 15 ਮਿੰਟ ਬ੍ਰੇਕ ਲਓ, ਆਪਦਾ ਚਾਹ ਚੂ ਪੀਓ, ਥੋੜ੍ਹਾ ਫਰੈਸ਼ ਹੋ, ਗੇੜਾ ਗੂੜਾ ਕੱਢੋ, ਉਸ ਤੋਂ ਬਾਅਦ ਫਿਰ ਕਿਤਾਬ ਚੱਕ ਲਓ, ਉਹਦੇ ਨਾਲ ਤੁਹਾਡਾ ਮਾਈਂਡ ਵਧੀਆ ਤਰੀਕੇ ਨਾਲ ਚੱਲੇਗਾ, ਠੀਕ ਹੈ ਜੀ। ਕਸਰਤ ਕਰੋ, ਰਨਿੰਗ ਕਰੋ, ਠੀਕ ਹੈ, ਯੋਗਾ ਕਰੋ, ਇਹ ਸਾਰਾ ਤੁਸੀਂ ਕਰ ਸਕਦੇ ਹੋ, ਇਹਦੇ ਨਾਲ ਵੀ ਤੁਹਾਡਾ ਮਾਈਂਡ ਵਧੀਆ ਸ਼ਾਰਪ ਰਹੇਗਾ। ਜੀਕੇ ਨੂੰ ਹੁਣ ਦੇਖੋ ਜੀ, ਜੀਕੇ ਦੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ, ਠੀਕ ਹੈ ਜੀ, ਜੀਕੇ ਦੀ ਮੈਂ ਤੁਹਾਨੂੰ ਦੱਸੂਗਾ। ਜੀਕੇ ਨੂੰ ਯਾਦ ਕਰਨ ਦਾ ਇਹ ਸਭ ਤੋਂ ਇੰਪੋਰਟੈਂਟ ਹੈ, ਇਹਨੂੰ ਜ਼ਰੂਰ ਲਿਖਣਾ ਤੁਸੀਂ। ਜੀਕੇ ਦੇ ਵਿੱਚ ਨਾ ਤੁਸੀਂ 1 ਮਹੀਨੇ ਦੇ ਵਿੱਚ ਇੱਕ ਟੌਪਿਕ ਮੰਨ ਲਓ ਚੱਕ ਲਿਆ, ਮੰਨ ਲਓ ਫੰਡਾਮੈਂਟਲ ਰਾਈਟਸ ਦਾ ਤੁਸੀਂ ਟੌਪਿਕ ਕਰ ਲਿਆ ਅੱਜ, ਉਹਨੂੰ ਤੁਸੀਂ ਕਿੱਦਾਂ ਕਰਨਾ ਦੇਖੋ ਜੀ। ਅੱਜ ਤੁਸੀਂ ਫੰਡਾਮੈਂਟਲ ਰਾਈਟਸ ਦੀ ਵੀਡੀਓ ਦੇਖ ਲਈ, ਠੀਕ ਹੈ ਜੀ, ਉਹਨੂੰ 24 ਘੰਟੇ ਦੇ ਅੰਦਰ 24 ਘੰਟਿਆਂ ਦੇ ਅੰਦਰ ਤੁਸੀਂ ਉਹਦੀ PDF ਰਿਵਾਈਜ਼ ਮਾਰੋ, PDF ਰਿਵਾਈਜ਼ ਮਾਰੀ, ਠੀਕ ਹੈ, 24 ਘੰਟਿਆਂ ਦੇ ਅੰਦਰ। ਉਸ ਤੋਂ ਬਾਅਦ ਤੁਸੀਂ ਦੂਜੀ ਰੀਡਿੰਗ 1 ਵੀਕ ਤੋਂ ਬਾਅਦ ਲਾਉਣੀ ਆ, ਯਾਨੀ 7 ਦਿਨਾਂ ਬਾਅਦ ਤੁਸੀਂ ਉਹਦੀ ਦੂਜੀ ਰੀਡਿੰਗ ਲਓ, ਠੀਕ ਹੈ ਜੀ, ਠੀਕ ਹੈ ਜੀ। ਤੀਜੀ ਰੀਡਿੰਗ ਤੁਸੀਂ ਲੈਣੀ ਆ ਉਹਦੀ 30 ਦਿਨ ਬਾਅਦ, 30 ਦਿਨ ਬਾਅਦ ਤੁਸੀਂ ਉਹਦੀ ਤੀਜੀ ਰੀਡਿੰਗ ਲੈਣੀ ਆ। ਸੋ ਤੁਸੀਂ 1 ਮਹੀਨੇ ਦੇ ਵਿੱਚ 3 ਵਾਰ ਤੁਸੀਂ ਇਹ ਪੜ੍ਹਨਾ, ਕਿਉਂਕਿ ਸਾਇੰਟੀਫਿਕ ਇਹ ਪ੍ਰੂਵ ਹੋਇਆ ਵਾ ਕਿ ਤੁਸੀਂ ਜੀਕੇ ਦਾ ਜਾਂ ਕੋਈ ਵੀ ਸਬਜੈਕਟ ਤੁਸੀਂ ਕੋਈ ਵੀ ਚੀਜ਼ ਯਾਦ ਕਰਦੇ ਹੋ ਤਾਂ ਤੁਹਾਡੀ 24 ਘੰਟੇ ਬਾਅਦ ਇੰਨੇ % ਲੋਸ ਹੋ ਜਾਂਦੀ ਆ, 1 ਹਫ਼ਤੇ ਬਾਅਦ ਇੰਨੀ ਹੋ ਜਾਂਦੀ ਆ, ਮਹੀਨੇ ਬਾਅਦ ਇੰਨੀ ਹੋ ਜਾਂਦੀ ਆ। ਪਰ ਜੇ ਤੁਸੀਂ ਉਹ ਇਹਦੀਆਂ 3 ਰੀਡਿੰਗ ਲੈ ਲਓਗੇ ਇੱਕ ਸਬਜੈਕਟ ਦੀਆਂ, ਉਸ ਤਰ੍ਹਾਂ ਜੋ ਵੀ ਪੜ੍ਹਿਆ ਵਾ, ਠੀਕ ਆ, ਵੀਕਲੀ ਅਤੇ 24 ਘੰਟੇ ਬਾਅਦ ਵੀਕਲੀ ਅਤੇ 1 ਮਹੀਨੇ ਬਾਅਦ, ਤੁਹਾਨੂੰ ਕਦੇ ਵੀ ਜੀਕੇ ਨਹੀਂ ਭੁੱਲੇਗੀ, ਠੀਕ ਹੈ। ਜੀਕੇ ਤੁਹਾਨੂੰ ਆਲਵੇਜ਼ ਯਾਦ ਰਹੇਗੀ। ਸੋ ਜੀਕੇ ਨੂੰ ਯਾਦ ਕਰਨ ਦਾ ਫੰਡਾ, ਸਭ ਤੋਂ ਵੱਡਾ ਮੰਤਰ ਆ, ਸਕਸੈਸ ਮੰਤਰ ਆ, ਇਹੀ ਆ, ਠੀਕ ਹੈ ਜੀ। ਸੋ ਇੱਕ ਤੁਸੀਂ ਆਪਣੇ ਖੁਦ ਦੇ ਨੋਟਸ ਬਣਾਓ, ਜ਼ਿਆਦਾ ਨਹੀਂ ਬਣਾਉਣੇ, ਇੱਦਾਂ ਨਹੀਂ ਕਿ ਤੁਸੀਂ ਸਾਰੇ ਕੋਈ ਕਲਾਸ ਦੇਖ ਰਹੇ ਹੋ ਤਾਂ ਸਾਰਾ ਤੁਸੀਂ ਨੋਟਸ ਬਣਾਈ ਜਾਂਦੇ ਹੋ ਉਹਦੇ, ਜ਼ਿਆਦਾ ਨਹੀਂ, ਜਿਹੜੇ ਇੰਪੋਰਟੈਂਟ ਨੋਟਸ ਬਣਾਉਣੇ ਆ, ਜਿਹੜੇ ਕਿ ਪੇਪਰ ਦੇ ਐਂਡ ਦੇ ਉੱਤੇ ਤੁਸੀਂ ਬਹੁਤ ਚੰਗੀ ਤਰੀਕੇ ਨਾਲ ਪੜ੍ਹ ਸਕੋ, ਠੀਕ ਹੈ ਜੀ। ਜਿੱਦਾਂ ਫੈਕਟ ਹੁੰਦੇ ਨੇ ਨਾ ਕੁਛ, ਵੈਸੇ ਅੱਜ ਕੱਲ੍ਹ ਤਾਂ PDF ਤੁਹਾਨੂੰ, ਜਿੱਦਾਂ ਆਪਾਂ PDF ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਨੋਟਸ ਬਣਾਉਣ ਦੀ ਲੋੜ ਨਹੀਂ ਪਏਗੀ। ਜਦੋਂ ਕੋਰਸ ਖਤਮ ਹੋ ਜਾਊਗਾ, ਮੈਂ ਸਾਰਾ ਕੰਪਲੀਟ ਤੁਹਾਨੂੰ ਪ੍ਰਿੰਟੇਬਲ ਫਾਰਮ ਦੇ ਵਿੱਚ ਦੇ ਦੂੰਗਾ, ਉਹਨੂੰ ਤੁਸੀਂ ਮੰਨ ਲਓ 100 ਪੇਜ ਹੋਇਆ, 100 ਪੇਜ ਨੂੰ ਤੁਸੀਂ ਪ੍ਰਿੰਟ ਕਢਾ ਕੇ ਰੱਖ ਲਓ, ਤੁਹਾਡੇ ਲਾਈਫ ਟਾਈਮ ਕੰਮ ਆਉਣਗੇ ਉਹ, ਠੀਕ ਹੈ ਜੀ। ਸੋ ਠੀਕ ਹੈ ਜੀ, ਅੱਜ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਆਉਣ ਵਾਲੇ ਜੋ ਪੇਪਰ ਹੋਣਗੇ 2022 ਦੇ, ਆਪਾਂ
ਕਿਹੜੀ ਆਪਾਂ ਚੈਨਲ ਫੋਲੋ ਕਰਨੇ ਆ, ਅਗਰ ਆਪਾਂ ਆਨਲਾਈਨ ਸਟੱਡੀ ਕਰਨੀ ਆ, ਅਗਰ ਆਪਾਂ ਆਫਲਾਈਨ, ਅਗਰ ਆਪਾਂ ਸੈਲਫ ਸਟੱਡੀ ਕਰਨੀ ਆ ਤਾਂ ਆਪਾਂ ਕਿਹੜੀਆਂ ਬੁੱਕਸ ਫੋਲੋ ਕਰਨੀਆਂ। ਸੋ ਇਹ ਤੁਸੀਂ ਦੇਖ ਸਕਦੇ ਹੋ, ਠੀਕ ਆ ਜੀ। ਸੋ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਾਂ ਵਧੀਆ ਤਰੀਕੇ ਨਾਲ ਆਪਾਂ ਤਿਆਰੀ ਕਰਵਾਈ ਜਾਵੇ, ਠੀਕ ਆ ਜੀ। ਸੋ ਅੱਗੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਨੀ ਆ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਆ ਜੀ, ਸ਼ੇਅਰ ਕਰੋ ਤਾਂ ਕਿ ਹੋਰ ਵੀ ਸਟੂਡੈਂਟਸ ਦੀ ਹੈਲਪ ਹੋ ਸਕੇ, ਠੀਕ ਹੈ ਜੀ। ਸੋ ਮਿਲਦੇ ਹਾਂ ਜੀ, ਆਲ ਦੀ ਬੈਸਟ, ਕਰ ਦਿਓ ਜੀ ਤਿਆਰੀ ਹੁਣ ਸਟਾਰਟ।